ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 235 ਤੇ ਹੇਠੋਂ 5 ਲਾਈਨਾਂ ਛੱਡ ਕੇ ਹੈ। ਤਿੰਨ ਨੰਬਰ ਉੱਪਰ 3 ਨੰਬਰ ਤੋਂ ਬਾਅਦ ਜਬ ਇਨ ਆਪਣੋ ਬਾਂਧਿਓ ਮੋਹ ਆਵੈ ਜਾਏ ਸਦਾ ਜਮ ਜੋਹ ਜਬ ਇਸਤੇ ਸਭ ਬਿਨ ਸੇ ਭਰਮ ਭੇਦ ਨਾਹੀ ਹੈ ਪਾਰ ਬ੍ਰਹਮ। ਪੰਚਮ ਪਾਤਸ਼ਾਹ ਫਰਮਾਨ ਕਰਦੇ ਨੇ, ਜਬ ਇਨ ਆਪਣੋ ਬਾਂਧਿਓ ਮੋਹ, ਜਦੋਂ ਇਨਸਾਨ ਨੇ ਆਪਣੇ ਆਪ ਨੂੰ ਮੋਹ 'ਚ ਬੰਨ੍ਹ ਲਿਆ, ਆਵੈ ਜਾਏ ਸਦਾ ਜਮ ਜੋਹ, ਇਹ ਫਿਰ ਇਸ ਸੰਸਾਰ 'ਤੇ ਆਉਂਦਾ ਰਹਿੰਦਾ ਜਾਂਦਾ ਰਹਿੰਦਾ, ਅਤੇ ਜਿਹੜਾ ਜਮ ਹੈ ਹਮੇਸ਼ਾ ਨੂੰ ਮਾਰਨ ਲਈ ਤੱਕਦਾ ਰਹਿੰਦਾ, ਜੋ ਹੁੰਦਾ ਮਾਰਨ ਲਈ ਤੱਕਣਾ, ਅਤੇ ਜਮ ਜਿਹੜਾ ਇਸ ਨੂੰ ਤਾੜਦਾ ਰਹਿੰਦਾ ਵੀ ਕਦੋਂ ਇਹਨੂੰ ਮੈਂ ਮਾਰਾਂ। ਜਬ ਇਸ 'ਤੇ ਸਭ ਬਿਨ ਸੇ ਭਰਮ, ਜਦੋਂ ਹਰ ਪ੍ਰਕਾਰ ਦਾ ਭਰਮ ਛੱਡ ਦਿੰਦਾ ਹੈ, ਭੇਦ ਨਾਹੀ ਹੈ ਪਾਰ ਬ੍ਰਹਮ, ਫਿਰ ਇਹਦੇ ਵਿੱਚ ਤਾਂ ਪਰਮਾਤਮਾ ਦਾ ਕੋਈ ਫਰਕ ਨਹੀਂ ਰਹਿ ਜਾਂਦਾ, ਫਿਰ ਉਹਦੇ ਰੂਪ ਹੋ ਜਾਂਦਾ। ਕਿਉਂਕਿ ਮੋਹ ਜਿਹੜਾ ਹੈ ਇਹ ਬਹੁਤ ਵੱਡੀ ਰੁਕਾਵਟ ਹੈ ਭਜਨ ਬੰਦਗੀ 'ਚ। ਮੋਹ 3 ਪ੍ਰਕਾਰ ਦਾ ਹੁੰਦਾ, ਸਰੀਰਾਂ ਦਾ ਮੋਹ, ਚੀਜ਼ਾਂ ਦਾ ਮੋਹ, ਮਾਇਆ ਦਾ ਮੋਹ। ਜਿਹੜਾ ਇਹਨਾਂ 3 ਚੀਜ਼ਾਂ ਤੋਂ ਉੱਪਰ ਉੱਠ ਜੇ ਉਹ ਪਰਮਾਤਮਾ ਨੂੰ ਮਿਲ ਸਕਦਾ ਹੈ। ਅਸੀਂ ਨਾ ਚੀਜ਼ਾਂ ਛੱਡਣੀਆਂ ਨੇ, ਨਾ ਕੋਈ ਸਰੀਰ ਛੱਡਣਾ, ਨਾ ਮਾਇਆ ਛੱਡਣੀ ਹੈ। ਸਾਨੂੰ ਇਸ ਦਾ ਤਿਆਗਣ ਦਾ ਹੁਕਮ ਨਹੀਂ ਹੈ, ਮੋਹ ਛੱਡਣਾ। ਅਸੀਂ ਘਰ ਦਾ ਮੋਹ ਛੱਡਣਾ, ਪਰਿਵਾਰ ਦਾ ਮੋਹ ਛੱਡਣਾ ਹੈ, ਘਰ ਜੋ ਚੀਜ਼ਾਂ ਨੇ ਉਹਨਾਂ ਨਾਲ ਮੋਹ ਛੱਡਣਾ ਹੈ। ਸੋ ਮੋਹ ਛੱਡਣਾ ਹੈ। ਪੁਰਾਣੇ ਜ਼ਮਾਨੇ 'ਚ ਘਰ ਬਾਰ ਹੀ ਛੱਡ ਕੇ ਚਲੇ ਜਾ ਕਰਦੇ ਹਨ। ਸਿੱਖ ਧਰਮ ਕਹਿੰਦੇ ਨਹੀਂ, ਘਰ ਬਾਰ ਨਹੀਂ ਛੱਡਣਾ, ਮੋਹ ਛੱਡਣਾ ਹੈ। ਕਿਉਂਕਿ ਤੁਸੀਂ ਕਦੇ ਵੀ ਦੇਖਿਓ, ਜਦ ਤੁਸੀਂ ਬਾਣੀ ਪੜ੍ਹਦੇ ਹੋ ਜਾਂ ਨਾਮ ਜਪਦੇ ਹੋ, ਤੁਹਾਡਾ ਜਿਹੜਾ ਧਿਆਨ ਹੈ ਜਾਂਦਾ ਕਿਸੇ ਵਿਅਕਤੀ ਵੱਲ, ਸਰੀਰ ਵੱਲ ਜਾਵੇਗਾ, ਜਾਂ ਤੁਹਾਡਾ ਧਿਆਨ ਮਾਇਆ ਵੱਲ ਜਾਵੇਗਾ, ਜਾਂ ਕਿਸੇ ਚੀਜ਼ ਵੱਲ ਜਾਏਗਾ। ਇਹੀ ਚੀਜ਼ਾਂ ਰਿਕਾਰਡ ਪਾਉਂਦੀ ਹੈ, ਇਹਨੂੰ ਕਹਿੰਦੇ ਨੇ ਮੋਹ। ਸੋ ਗੁਰੂ ਮਹਾਰਾਜ ਕਹਿੰਦੇ, ਜਬ ਇਨ ਕਿਛ ਕਰ ਮਾਨੇ ਭੇਦਾ ਤਬ ਤੇ ਦੂਖ ਡੰਡ ਅਰ ਖੇਦਾ ਜਬ ਇਨ ਏਕੋ ਏਕੀ ਬੂਝਿਆ ਤਬ ਤੇ ਇਸ ਨੂੰ ਸਭ ਕੁਛ ਸੂਝਿਆ। ਜਬ ਇਨ ਕਿਛ ਕਰ ਮਾਨੇ ਭੇਦਾ, ਜਦੋਂ ਇਹਦੇ ਮਨ 'ਚ ਭੇਦ ਭਾਵ ਹੋਵੇ। ਬਹੁਤ ਸਾਰੇ ਲੋਕ ਭੇਦ ਭਾਵ ਕਰਦੇ ਨੇ ਇੱਕ ਦੂਜੇ ਨਾਲ। ਜਿੰਨਾ ਚਿਰ ਇਹਦੇ ਅੰਦਰ ਭੇਦ ਭਾਵ ਹੈ, ਧਰਮਾਂ ਦਾ, ਜਾਤਾਂ ਦਾ, ਆਪਣੇ ਦਾ, ਬੇਗਾਨੇ ਦਾ, ਤਬ ਤੇ ਦੁੱਖ ਡੰਡ ਅਰ ਖਿਦ, ਉਦੋਂ ਤੱਕ ਇਹਨੂੰ ਦੁੱਖ, ਡੰਡ, ਸਜ਼ਾ, ਖੇਦ, ਅਫਸੋਸ ਬਣਿਆ ਰਹਿੰਦਾ ਇਹਦਾ। ਜਬ ਇਨ ਏਕੋ ਏਕੀ ਬੁੱਝੇ, ਜਦੋਂ ਇਹਨੂੰ ਪਰਮਾਤਮਾ ਦੀ ਸੋਝੀ ਹੈ ਕਿ ਉਹ ਪਰਮਾਤਮਾ ਹੀ ਸਭ ਕੁਛ ਹੈ, ਤਬ ਤੇ ਇਸ ਨੂੰ ਸਭ ਕੇ ਸੂਝਿਆ, ਫਿਰ ਇਹਨੂੰ ਸਾਰੇ ਕਾਸੇ ਦੀ ਸੋਝੀ ਹੋ ਜਾਂਦੀ ਹੈ। ਜਬ ਇਹ ਧਾਵੈ ਮਾਇਆ ਅਰਥੀ ਨਾ ਤ੍ਰਿਪਤਾਵੇ, ਇਹਨੂੰ ਨਹਿ ਨਹੀਂ ਪੜ੍ਹਨਾ। ਨੰਨਾ ਹਾਹੇ ਨੂੰ ਸਿਹਾਰੀ ਜੇ ਹੋਵੇ ਤਾਂ ਹੁੰਦਾ ਹਿੰਦੀ ਦਾ ਸ਼ਬਦ ਨਹਿ, ਅਰਥ ਹੈ ਨਹੀਂ। ਜੇ ਹਾਹੇ ਨੂੰ ਸਿਹਾਰੀ ਨਾ ਹੋਵੇ ਫਿਰ ਇਹ ਫਾਰਸੀ ਦਾ ਸ਼ਬਦ ਹੈ, ਜਿਹਦਾ ਉਚਾਰਨ ਹੁੰਦਾ ਨਾ।
ਕਿਉਂਕਿ ਫਾਰਸੀ ਦਾ ਨਿਯਮ ਹੈ ਕਿ ਜੇ ਅਖੀਰ 'ਤੇ ਹਾ ਹੈ, ਉਸ ਤੋਂ ਪਹਿਲਾ ਅੱਖਰ ਮੁਕਤ ਹੈ ਤਾਂ ਉਹਨੂੰ ਕੰਨਾਂ ਲਾ ਕੇ ਬੋਲਣਾ। ਨਾ ਤ੍ਰਿਪਤਾਵੈ ਨਾ ਤਿਸ ਲਾਥੀ, ਜਬ ਇਸ 'ਤੇ ਇਹ ਹੋਇਓ ਜੌਲਾਂ, ਇਹਨੂੰ ਜੌਲਾ ਨਹੀਂ ਪੜ੍ਹਨਾ। ਇਹ ਫਾਰਸੀ ਦਾ ਸ਼ਬਦ ਹੈ। ਫਾਰਸੀ 'ਚ ਇਹਦਾ ਉਚਾਰਨ ਹੈ ਜੌਲਾਂ, ਲੱਲੇ ਨੂੰ ਕੰਨਾ ਬਿੰਦੀ ਲਾ ਕੇ ਪੜ੍ਹਨਾ। ਜਬ ਇਸ 'ਤੇ ਇਹ ਹੋਇਓ ਜੌਲਾਂ, ਪੀਛੇ ਲਾਗ ਚਲੀ ਉਠ ਕੌਲਾ। ਜਬ ਇਹ ਧਾਵੈ ਮਾਇਆ ਅਰਥੀ, ਅਰਥੀ ਮੈਨੇ ਖਾਤਰ ਲਈ, ਜਦੋਂ ਇਹ ਮਾਇਆ ਲਈ ਭੱਜਿਆ ਫਿਰਦਾ ਹੈ। ਨਾ ਤ੍ਰਿਪਤਾਵੈ ਨਾ ਤਿਸ ਲਾਥੀ, ਤਿਸ ਮੈਨੇ ਪਿਆਸ, ਇਹ ਨਾ ਹੀ ਰਾਈਦਾ ਨਾ ਇਹਦੀ ਪਿਆਸ ਲੈਂਦੀ ਹੈ। ਜਦੋਂ ਜੀ ਕਦੇ ਹੋਰ ਮਾਇਆ ਹੋਵੇ, ਹੋਰ ਮਾਇਆ ਹੋਵੇ। ਅਸੀਂ ਮਾਇਆ ਕਮਾਉਣੀ ਹੈ, ਮਾਇਆ ਦੇ ਮਗਰ ਭੱਜਣਾ ਨਹੀਂ ਹੈ। ਦਸਾਂ ਨੌਂ ਦੀ ਕਿਰਤ ਨਾਲ ਜੋ ਕਮਾ ਲਿਆ ਉਸ ਦੇ ਵਿੱਚ ਗੁਜ਼ਾਰਾ ਕਰਨਾ। ਹਾਂ, ਕਿਰਤ ਕਰਕੇ ਤੁਸੀਂ ਲੱਖਾਂ ਪਤੀ ਕਰੋੜਾਪਤੀ ਹੋ ਜਾਓ, ਸਭ ਜਾਇਜ਼ ਹੈ। ਹਰਾਮ ਦੀ ਕਮਾਈ ਨਾਲ ਤੁਸੀਂ ਲੱਖਾਂ ਪਤੀ ਕਰੋੜਾਪਤੀ ਹੋਏ, ਉਹ ਪਰਮਾਤਮਾ ਦੀ ਨਜ਼ਰਾਂ 'ਚ ਨਜਾਇਜ਼ ਹੈ। ਇਸ ਲਈ ਜਿਹੜਾ ਮਾਇਆ ਦੀ ਖਾਤਰ ਭੱਜਿਆ ਫਿਰਦਾ ਹੈ, ਨਾ ਤ੍ਰਿਪਤਾਵੈ, ਉਹਦਾ ਮਨ ਤ੍ਰਿਪਤ ਨਹੀਂ ਹੁੰਦਾ। ਤਿਸ ਹੁੰਦਾ ਪਿਆਸ, ਉਹਦੀ ਮਾਇਆ ਦੀ ਪਿਆਸ ਵੀ ਨਹੀਂ ਲੈਂਦੀ। ਜਬ ਇਸ 'ਤੇ ਇਹ ਹੋਇਓ ਜੌਲਾਂ, ਜੌਲਾ ਹੁੰਦਾ ਵੱਖਰਾ, ਦੂਰ, ਅੱਡ। ਜਦੋਂ ਇਹ ਮਾਇਆ ਤੋਂ ਅੱਡ ਹੋ ਜਾਂਦਾ ਹੈ, ਮਾਇਆ ਤੋਂ ਵੱਖਰਾ ਹੋ ਜਾਂਦਾ ਹੈ, ਪਿੱਛੇ ਲਾਗ ਚਲੀ ਉਠ ਕੌਲਾ, ਕੌਲਾ ਮਨੇ ਮਾਇਆ, ਮਾਇਆ ਦੇ ਮਗਰ ਮਗਰ ਆਉਂਦੀ ਹੈ, ਆਪਣੇ ਮਾਇਆ ਦੇ ਮਗਰ ਮਗਰ ਆ ਰਹੀ ਹੁੰਦੀ। ਕਿਉਂਕਿ ਮੈਂ ਦੇਖਿਆ ਜਿਸ ਚੀਜ਼ ਦਾ ਤੁਸੀਂ ਖਿਆਲ ਛੱਡ ਦਿਓ, ਉਹ ਸਗੋਂ ਜ਼ਿਆਦਾ ਤੁਹਾਡੇ ਪਿੱਛੇ ਪਊਗੀ। ਖਿਆਲ ਹੀ ਛੱਡ ਦਿਓ। ਨਾਮ ਜਪੀ ਜਾਓ, ਜਪੀ ਜਾਓ, ਜਪੀ ਜਾਓ, ਜਪੀ ਜਾਓ, ਆਪੇ ਸਭ ਕੁਛ ਪ੍ਰਾਪਤ ਹੋ ਜਾਂਦਾ ਹੈ। ਨਾਮ ਜਪਣ ਵਾਲਿਆਂ ਨੂੰ ਕਿਸੇ ਚੀਜ਼ ਦੀ ਕਮੀ ਹੀ ਨਹੀਂ ਰਹਿੰਦੀ, ਨਾ ਉਹਨੂੰ ਕੋਈ ਮੰਗਣ ਦੀ ਲੋੜ ਰਹਿੰਦੀ ਹੈ। ਸਿੱਖ ਧਰਮ ਦੇ ਜੇ ਨਾਮ ਜਪਣ ਵਾਲੇ ਬੰਦੇ ਇਹ ਠੂਠਾ ਚੁੱਕ ਕੇ ਗਲੀਆਂ 'ਚ ਮੰਗਣ ਨਹੀਂ ਜਾਂਦੇ। ਉਹਨਾਂ ਨੂੰ ਪਰਮਾਤਮਾ 'ਤੇ ਵਿਸ਼ਵਾਸ ਹੁੰਦਾ ਹੈ ਕਿ ਪਰਮਾਤਮਾ, ਮੈਂ ਉਹਦਾ ਨਾਮ ਜਪਦਾ, ਮੇਰੀ ਪਾਲਣਾ ਪੋਸ਼ਣਾ ਕਰਨਾ ਪਰਮਾਤਮਾ ਦਾ ਕੰਮ ਹੈ। ਭਾਵੇਂ ਉਹ ਸਿੱਧੀ ਕਿਸੇ ਦੀ ਪਾਲਣਾ ਪੋਸ਼ਣਾ ਨਹੀਂ ਕਰਦਾ, ਸਿੱਧੀਆਂ ਕੋਈ ਆਕਾਸ਼ 'ਚੋਂ ਰੋਟੀਆਂ ਨਹੀਂ ਸੁੱਟਦਾ, ਉਹਦਾ ਕੰਮ ਹੈ ਪ੍ਰਬੰਧ ਕਰ ਦੇਣਾ। ਇਸ ਲਈ ਭਜਨ ਬੰਦਗੀ ਵਾਲਾ ਨਿਸ਼ਚਿੰਤ ਰਹਿੰਦਾ, ਉਹ ਚਿੰਤਾ ਨਹੀਂ ਕਰਦਾ। ਨਾ ਉਹਨੂੰ ਜੋੜਨ ਦਾ ਕੋਈ ਹੁੰਦਾ ਵੀ ਕੱਲ੍ਹ ਨੂੰ ਮੇਰਾ ਕੀ ਬਣੇਗਾ, ਉਹ ਕੱਲ੍ਹ ਦੀ ਚਿੰਤਾ ਨਹੀਂ ਕਰਦਾ। ਭਾਈ ਸਾਹਿਬ ਰਘਬੀਰ ਸਿੰਘ ਜੀ ਬੀਰ ਕਲਕੱਤੇ ਦੇ ਹੋਏ ਨੇ, ਮਹਾਂਪੁਰਖ ਹੋਏ ਨੇ, ਬਹੁਤ ਕਿਤਾਬਾਂ ਉਹਨਾਂ ਲਿਖੀਆਂ, ਮੈਂ ਕਈ ਕਿਤਾਬਾਂ ਉਹਨਾਂ ਦੀ ਪੜ੍ਹੀਆਂ। ਉਹ 'ਚੋਂ ਲਿਖਦੇ ਨੇ, ਉਹ ਪ੍ਰੋਫੈਸਰ ਸਨ ਇੰਗਲਿਸ਼ ਦੇ ਕਲਕੱਤਾ ਯੂਨੀਵਰਸਿਟੀ 'ਚ। ਕਹਿੰਦੇ ਮੈਂ ਸੂਟਡ ਬੂਟਡ ਸੀ ਤੇ ਸ਼ਾਨ ਬਾਜ਼ਾਰ ਨੂੰ ਜਾ ਰਿਹਾ ਸੀ। ਰਸਤੇ ਦੇ ਵਿੱਚ ਇੱਕ ਮੰਗਤਾ ਬੈਠਾ, ਮੈਨੂੰ ਵੇਖ ਕੇ ਉੱਠਿਆ ਤੇ ਮੈਨੂੰ ਕਹਿੰਦਾ ਜੀ 2 ਪੈਸੇ ਦਿਓ। ਭਲੇ ਜ਼ਮਾਨੇ ਸਨ। ਮੈਂ ਵੀ ਤੂੰ ਕੀ ਕਰੇਂਗਾ? ਕਹਿੰਦਾ ਮੈਂ ਉਹ ਸਾਹਮਣੇ ਹੋਟਲ ਹੈ, ਉੱਥੋਂ ਰੋਟੀ ਲੈ ਕੇ ਖਾਵਾਂਗਾ। ਮੈਂ ਉਹਨੂੰ 2 ਪੈਸੇ ਦਿੱਤੇ। ਮੈਂ ਉੱਥੇ ਖਲੋਤੇ ਰਿਹਾ ਵੀ ਦੇਖਦੇ ਕੀ ਕਰਦਾ ਹੈ। ਉਹ ਹੋਟਲ 'ਤੇ ਗਿਆ, ਉਹਨਾਂ ਨੇ ਇੱਕ ਰੋਟੀ ਦਿੱਤੀ, ਉੱਤੇ ਦਾਲ ਸਬਜ਼ੀ ਰੱਖਤੀ। ਉਹ ਜਿੱਥੋਂ ਉੱਠਿਆ ਸੀ ਉੱਥੇ ਬੈਠ ਕੇ ਉਹ ਖਾਣ ਲੱਗ ਪਿਆ। ਮੈਂ ਅੱਗੇ ਚਲੇ ਗਿਆ। ਅਗਲੇ ਦਿਨ ਕੁਦਰਤੀ ਫਿਰ ਮੈਂ ਉੱਥੋਂ ਲੰਘ ਰਿਹਾ, ਉਹ ਮੈਨੂੰ ਫਿਰ ਮਿਲ ਪਿਆ। ਕਹੇ ਜੀ 2 ਪੈਸੇ ਦਿਓ, ਮੈਂ ਰੋਟੀ ਖਾਣੀ।
ਮੈਂ ਅੰਦਰ ਸੋਚਿਆ ਵੀ ਉਹ 4 ਪੈਸੇ ਦੇ ਦਿੰਦੇ ਹਾਂ, ਕੱਲ੍ਹ ਨੂੰ ਵੀ ਕੰਮ ਆਉਣਗੇ। ਕਹਿੰਦਾ ਮੈਂ 4 ਪੈਸੇ ਉਸਨੂੰ ਦਿੱਤੇ। ਉਹ ਕਹੇ ਤੁਸੀਂ ਮੈਨੂੰ 4 ਪੈਸੇ ਕਿਉਂ ਦਿੱਤੇ ਨੇ? ਮੈਂ ਕਿਹਾ ਵੀ ਕੱਲ੍ਹ ਨੂੰ ਵੀ ਕੰਮ ਆਉਣਗੇ। ਉਹਨੇ ਮੇਰੇ 2 ਪੈਸੇ ਸੁੱਟਦੇ। ਕਹਿੰਦਾ ਮੇਰੇ ਵੱਲ ਕੌੜੀਆਂ ਅੱਖਾਂ ਕਰਕੇ ਤੱਕਿਆ, ਉਰਦੂ ਬੋਲਿਆ, ऐ मूर्ख, जो अल्लाह आज मुझे खाने को दे रहा है, क्या तुम्हारा ख्याल है वो अल्लाह कल को मर जाएगा? उन्हें मेरे 2 पैसे सुट दे, 2 रख ले। हालांकि मैं भी धार्मिक बंदा सी, पर मेरे अंदर इन्ना विश्वास नहीं सी जिन्ना ਉਹਦੇ 'ਚ ਸੀ। कहना ऐ मूर्ख, जो अल्लाह आज मुझे खाने को दे रहा है, क्या तो समझते हो कि कल को वो मर जाएगा? कल कोई मुझे खाने को देगा? क्या मेरे 2 पैसे रख ले, 2 सुटते। ਅੱਜ तक कई साल बीत गए, ਮੈਨੂੰ ਉਹਦੇ ਸ਼ਬਦ ਜਿਹੜੇ ਨੇ ਬੜੇ ਮੇਰੇ ਮਨ 'ਤੇ ਅਸਰ ਕੀਤਾ ਵੀ ਕਿੰਨਾ ਵਿਸ਼ਵਾਸ ਹੈ। ਇੰਨਾ ਜੇ ਕਿਸੇ ਨੂੰ ਵਿਸ਼ਵਾਸ ਹੋਵੇ ਫਿਰ ਪਰਮਾਤਮਾ ਜ਼ਰੂਰ ਖਾਣ ਨੂੰ ਦਿੰਦਾ। ਅਜੇ ਤਾਂ 2 ਘੰਟੇ ਭੁੱਖੇ ਰਹਿ ਜੀ ਅਤੇ ਸਾਨੂੰ ਹੁੰਦਾ ਪਤਾ ਹੀ ਰੱਬ ਦੇਗਾ ਕਿ ਨਹੀਂ ਦੇਗਾ। ਘਰ ਦੇ ਜੀਆਂ ਨਾਲ ਲੜਨਾ ਸ਼ੁਰੂ ਕਰ ਦਿੰਦੇ ਹਾਂ। ਸੋ ਇਸ ਲਈ ਕਹਿੰਦੇ ਜਬ ਇਸ 'ਤੇ ਇਹ ਹੋਇਓ ਜੌਲਮ, ਜਦੋਂ ਇਹ ਮਾਇਆ ਤੋਂ ਵੱਖਰਾ ਹੋ ਜਾਂਦਾ ਹੈ, ਮਾਇਆ ਦਾ ਮੋਹ ਤਿਆਗ ਦਿੰਦਾ ਹੈ, ਪਿੱਛੇ ਲਾਗ ਚਲੀ ਉੱਠ ਕੌਲਾ, ਕੌਲਾ ਮਨੇ ਮਾਇਆ, ਮਾਇਆ ਉਹਦੇ ਪਿੱਛੇ ਪਿੱਛੇ ਆਉਂਦੀ। ਕਰ ਕਿਰਪਾ ਜੋ ਸਤਿਗੁਰ ਮਿਲਿਓ, ਮਨ ਮੰਦਰ ਮੈਂ ਦੀਪਕ ਜਲਿਓ। ਕਿਰਪਾ ਕਰਕੇ ਜਦੋਂ ਮੈਨੂੰ ਕਹਿੰਦੇ ਗੁਰੂ ਮਿਲ ਪਿਆ, ਮਨ ਮੰਦਰ ਮੈਂ ਦੀਪਕ ਜਲਿਓ, ਮੇਰੇ ਅੰਦਰ ਜਿਹੜਾ ਹੈ ਗਿਆਨ ਦਾ ਦੀਵਾ ਜਗ ਪਿਆ। ਦੀਪਕ ਮੈਨੇ ਦੀਵਾ, ਕਾਹਦਾ ਦੀਵਾ? ਆ ਸਰੋਂ ਦੇ ਤੇਲ ਵਾਲਾ ਨਹੀਂ, ਗਿਆਨ ਦਾ ਦੀਵਾ, ਰੱਬੀ ਗਿਆਨ ਦਾ ਦੀਵਾ ਮੇਰੇ ਅੰਦਰ ਜਗ ਪਿਆ। ਜਦੋਂ ਗਿਆਨ ਦਾ ਦੀਵਾ ਜਗਿਆ, ਜੀਤ ਹਾਰ ਕੀ ਸੋਝੀ ਭਰੀ। ਜਿੱਤ ਕੀ ਹੁੰਦੀ ਹੈ ਅਤੇ ਹਾਰ ਕੀ ਹੁੰਦੀ ਹੈ, ਕਦੇ ਤਾਂ ਮੈਨੂੰ ਗਿਆਨ ਹੋ ਗਿਆ, ਇਹਦੀ ਮੈਨੂੰ ਸੋਝੀ ਹੋ ਗਈ। ਜਿੱਤ ਕਿਹਨੂੰ ਕਹਿੰਦੇ ਨੇ, ਹਾਰ ਕਿਹਨੂੰ ਕਹਿੰਦੇ ਨੇ? ਅਸੀਂ ਤਾਂ ਜਿੱਤ ਉਸ ਨੂੰ ਕਹਿੰਦੇ ਹਾਂ ਬਹੁਤ ਸਾਰੇ ਪੈਸੇ ਆ ਗਏ, ਬੱਲੇ ਬੱਲੇ ਬੱਲੇ, ਗਰੀਬ ਹੋ ਗਏ ਜੀ, ਹਾਰ ਗਏ ਜੀ। ਧਰਮ ਅਨੁਸਾਰ ਜੀਤ ਹੈ ਪਰਮਾਤਮਾ ਦੀ ਪ੍ਰਾਪਤੀ ਕਰ ਲੈਣਾ, ਪਰਮਾਤਮਾ ਦਾ ਨਾਮ ਜਪਣਾ, ਇਹ ਜੀਵਨ ਦੀ ਬਾਜ਼ੀ ਜਿੱਤਣਾ ਹੈ। ਨਾਮ ਨਾ ਜਪਣਾ, ਮਾਇਆ ਇਕੱਠੀ ਕਰ ਦੇਣਾ ਨਾ, ਇਹ ਜੀਵਨ ਦੀ ਬਾਜ਼ੀ ਹਾਰ ਜਾਣਾ ਹੈ। ਕਹਿੰਦੇ ਮੈਨੂੰ ਜਿੱਤ ਅਤੇ ਹਾਰ ਦੀ ਸੋਝੀ ਹੋ ਗਈ। ਤੋ ਇਸ ਘਰ ਕੀ ਕੀਮਤ ਪਰੇ, ਫਿਰ ਇਹ ਮਨੁੱਖਾ ਜੀਵਨ ਦੀ ਕੀਮਤ ਦਾ ਪਤਾ ਲੱਗਾ ਕਿ ਮਨੁੱਖਾ ਜੀਵਨ ਦੀ ਕੀ ਕੀਮਤ ਹੈ। ਕਿਉਂਕਿ ਗਿਆਨ ਜੋ ਹੋ ਗਿਆ, ਗਿਆਨ ਕਦੋਂ ਹੋਇਆ? ਜਦੋਂ ਗੁਰੂ ਨਾਲ ਮੇਲ ਹੋਇਆ। ਕਰ ਕਿਰਪਾ ਜੋ ਸਤਿਗੁਰ ਮਿਲਿਓ, ਕਰ ਕਿਰਪਾ ਜੋ ਸਤਿਗੁਰ ਮਿਲਿਓ, ਕਰ ਕਿਰਪਾ ਜੋ ਸਤਿਗੁਰ ਮਿਲਿਓ, ਕਰ ਕਿਰਪਾ ਜੋ ਸਤਿਗੁਰ ਮਿਲਿਓ। ਮਨ ਮੰਦਰ ਮੈਂ ਦੀਪਕ ਜਲਿਓ, ਮਨ ਮੰਦਰ ਮੈਂ ਦੀਪਕ ਜਲਿਓ, ਮਨ ਮੰਦਰ ਮੈਂ ਦੀਪਕ ਜਲਿਓ, ਮਨ ਮੰਦਰ ਮੈਂ ਦੀਪਕ ਜਲਿਓ। ਜੀਤ ਹਾਰ ਕੀ ਸੋਝੀ ਕਰੀ, ਜੀਤ ਹਾਰ ਕੀ ਸੋਝੀ ਕਰੀ, ਜੀਤ ਹਾਰ ਕੀ ਸੋਝੀ ਕਰੀ, ਜੀਤ ਹਾਰ ਕੀ ਸੋਝੀ ਕਰੀ। ਤੋ ਇਸ ਘਰ ਕੀ ਕੀਮਤ ਪਰੀ, ਤੋ ਇਸ ਘਰ ਕੀ ਕੀਮਤ ਪਰੀ, ਤੋ ਇਸ ਘਰ ਕੀ ਕੀਮਤ ਪਰੀ, ਤੋ ਇਸ ਘਰ ਕੀ
ਅੱਗੇ ਗੁਰੂ ਮਹਾਰਾਜ ਕਹਿੰਦੇ, ਕਰਨ ਕਰਾਵਨ ਸਭ ਕਿਛ ਏਕੈ, ਆਪੇ ਬੁੱਧ ਵਿਚਾਰ ਵਿਵੇਕੈ, ਦੂਰ ਨ ਨੇਰੈ ਸਭ ਕੈ ਸੰਗਾ, ਸੱਚ ਸਲਾਹਨ ਨਾਨਕ ਹਰ ਰੰਗਾ। ਕਰਨ ਕਰਾਵਨ ਸਭ ਕੁਛ ਇੱਕ ਹੈ, ਇੱਕ ਪਰਮਾਤਮਾ ਹੀ ਸਭ ਕੁਝ ਕਰਨ ਅਤੇ ਕਰਾਉਣ ਵਾਲਾ ਹੈ। ਜੋ ਚਾਹੇ ਕਰ ਸਕਦਾ ਹੈ, ਜੋ ਚਾਹੇ ਉਹ ਕਰਾ ਸਕਦਾ ਹੈ। ਇੱਕ ਗੂੰਗੇ ਬੰਦੇ ਤੋਂ, ਇੱਕ ਅਨਪੜ੍ਹ ਬੰਦੇ ਤੋਂ ਉਹ ਗੀਤਾ ਦੇ ਸ਼ਲੋਕਾਂ ਦੇ ਅਰਥ ਕਰਵਾ ਸਕਦਾ ਹੈ। ਤੀਸਰੇ ਪਾਤਸ਼ਾਹ ਨੇ ਗੁਰੂ ਰਾਮਦਾਸ ਮਹਾਰਾਜ ਨੂੰ, ਉਹ ਤਾਂ ਗੁਰੂ ਨਹੀਂ ਸਨ ਬਣੇ, ਅਕਬਰ ਨੇ ਗੁਰੂ ਘਰ, ਅਕਬਰ ਦੇ ਕੋਲ ਵਿਰੋਧੀਆਂ ਨੇ ਗੁਰੂ ਘਰ ਦੀ ਸ਼ਿਕਾਇਤ ਕਰਤੀ ਕਿ ਦੇਖੋ ਜੀ, ਇਹ ਨਾ ਹਿੰਦੂ ਧਰਮ ਨੂੰ ਮੰਨਦੇ, ਨਾ ਮੁਸਲਮਾਨ ਧਰਮ ਨੂੰ ਮੰਨਦੇ ਨੇ, ਇਹਨਾਂ ਨੂੰ ਤਾਂ ਜਿਹੜਾ ਹੈ ਕੁਛ ਨਹੀਂ ਹੁੰਦਾ, ਧਰਮਾਂ ਦਾ ਗਿਆਨ ਨਹੀਂ ਹੈਗਾ, ਗ੍ਰੰਥਾਂ ਦਾ ਗਿਆਨ ਨਹੀਂ ਇਹਨਾਂ ਨੂੰ। ਚਲੋ ਅਕਬਰ ਨੇ ਕਿਹਾ ਵੀ ਆਓ ਜੀ, ਇਹਨਾਂ ਦੇ ਸ਼ੰਕੇ ਦੂਰ ਕਰੋ। ਤੀਸਰੇ ਪਾਤਸ਼ਾਹ ਨੇ ਭਾਈ ਜੇਠਾ ਜੀ, ਭਾਵ ਚੌਥੇ ਪਾਤਸ਼ਾਹ ਨੇ, ਭਾਈ ਜੇਠਾ ਜੀ ਕਹਿੰਦੇ ਤੂੰ ਜਾ, ਜੋ ਇਹ ਪੰਡਿਤ ਪ੍ਰਸ਼ਨ ਪੁੱਛਣ ਉਹਨਾਂ ਦੇ ਉੱਤਰ ਦੇਈ, ਡਰਨਾ ਨਹੀਂ ਕਿਸੇ ਤੋਂ। ਉਹ ਕਹਿੰਦੇ ਮੈਂ ਤਾਂ ਅਨਪੜ੍ਹ ਜੀ, ਮੈਂ ਤੇ ਅਨਪੜ੍ਹ, ਮੈਨੂੰ ਇਹਨਾਂ ਦੇ ਧਰਮ ਦਾ ਕੀ ਗਿਆਨ। ਕਹਿੰਦੇ ਨਹੀਂ, ਜਦੋਂ ਤੇ ਪ੍ਰਸ਼ਨ ਪੁੱਛਣਗੇ ਤੂੰ ਆਪਣਾ ਸੱਜਾ ਹੱਥ ਵੇਖੀ, ਤੈਨੂੰ ਸਾਰਾ ਗਿਆਨ ਹੋ ਜਾਏਗਾ। 7 ਵਜੇ ਲਾਹੌਰ ਚਲੇ ਗਏ, ਅਕਬਰ ਦਾ ਲਾਹੌਰ ਆਇਆ ਸੀ, ਦਰਬਾਰ ਲੱਗਾ ਹੋਇਆ, ਪੰਡਿਤ ਵੀ ਆ ਗਏ ਨੇ। ਅਕਬਰ ਕਹਿੰਦਾ ਜੀ ਇਹਨਾਂ ਨੂੰ ਕੁਝ ਸ਼ੰਕੇ ਨੇ ਕਿ ਤੁਸੀਂ ਹਿੰਦੂ ਧਰਮ ਨੂੰ ਨਹੀਂ ਮੰਨਦੇ, ਤੁਸੀਂ ਮੁਸਲਮਾਨ ਧਰਮ ਨੂੰ ਨਹੀਂ ਮੰਨਦੇ, ਤੁਹਾਨੂੰ ਕਿਸੇ ਗ੍ਰੰਥ ਦਾ ਕੁਛ ਆਉਂਦਾ ਨਹੀਂ ਹੈਗਾ। ਭਾਈ ਜੇਠਾ ਜੀ ਕਹਿੰਦੇ ਪੰਡਤਾਂ ਨੂੰ ਕਹਿੰਦੇ ਪੁੱਛੋ ਜੀ ਤੁਸੀਂ ਕੀ ਪੁੱਛਣਾ। ਕਹਿੰਦੇ ਗਾਇਤਰੀ ਦਾ ਪਾਠ ਸੁਣਾਓ, ਜਿਵੇਂ ਆਪਣਾ ਮੂਲ ਮੰਤਰ ਹੁੰਦਾ ਨਾ, ਹਿੰਦੂਆਂ ਦਾ ਇਸ ਤਰ੍ਹਾਂ ਮੂਲ ਮੰਤਰ ਹੈ ਗਾਇਤਰੀ। ਭਾਈ ਜੇਠਾ ਜੀ ਸੱਜੇ ਹੱਥ ਵੱਲ ਵੇਖਿਆ, ਗਿਆਨ ਹੋ ਗਿਆ। ਗਾਇਤਰੀ ਦਾ ਪਾਠ ਸੁਣਾਤਾ, ਅਰਥ ਵੀ ਸੁਣਾਤੇ ਨੇ। ਉਹਦੇ ਹੱਕੇ ਬੱਕੇ ਰਹਿ ਗਏ ਪੰਡਤ ਨੇ, ਵੀ ਤੇ ਅਨਪੜ੍ਹ ਹੈ, ਇਹਨੂੰ ਕਿੱਥੋਂ ਸੰਸਕ੍ਰਿਤ ਆ ਗਈ ਹੈ, ਇਹਨੂੰ ਕਿੱਥੋਂ ਅਰਥ ਆ ਗਏ ਨਾ। ਉਹ ਜੋ ਪੁੱਛਣ ਉਹ ਜਵਾਬ ਦੇਈ ਜਾਣ। ਅਕਬਰ ਦੇ ਸਾਹਮਣੇ ਹੀ ਉਹਨਾਂ ਦੀ ਤਸੱਲੀ ਕਰੋ। ਅਤੇ ਅਕਬਰ ਕਹਿੰਦਾ ਤੁਸੀਂ ਤਾਂ ਕਹਿੰਦੇ ਸੀ ਇਹਨੂੰ ਇਹਨਾਂ ਨੂੰ ਗਿਆਨ ਹੀ ਨਹੀਂ ਸਿੱਖਾਂ ਨੂੰ, ਵੀ ਇਹ ਤਾਂ ਹਿੰਦੂ ਧਰਮ ਨੂੰ ਮੰਨਦੇ ਨੇ, ਇਹ ਕੋਈ ਗ੍ਰੰਥ ਨਹੀਂ ਪੜ੍ਹਦੇ। ਇਹ ਕਹਿੰਦੇ ਇਹਨਾਂ ਨੇ ਕਿਉਂ ਦੱਸਦਾ ਸਾਰਾ ਕੁਛ। ਸੋ ਪਰਮਾਤਮਾ ਹੈ, ਉਹ ਜੋ ਕਰਨਾ ਚਾਹੇ, ਜੋ ਕਰਾਉਣਾ ਚਾਹੇ ਉਹ ਕਰਾ ਸਕਦਾ। ਇੱਕ ਅਨਪੜ੍ਹ ਬੰਦੇ ਤੋਂ ਸਭ ਕੁਛ ਕਰਾ ਸਕਦਾ। ਕਰਨ ਕਰਾਵਨ ਸਭ ਕੁਛ ਇੱਕ ਹੈ, ਇੱਕ ਪਰਮਾਤਮਾ ਹੀ ਸਭ ਕੁਝ ਕਰਨ ਕਰਾਉਣ ਵਾਲਾ ਹੈ। ਆਪੇ ਬੁੱਧ ਵਿਚਾਰ ਵਿਵੇਕ ਹੈ, ਉਹ ਆਪ ਹੀ ਸਾਨੂੰ ਮੱਤ ਦਿੰਦਾ ਹੈ, ਆਪ ਹੀ ਸਾਨੂੰ ਵਿਚਾਰ ਸ਼ਕਤੀ ਦਿੰਦਾ ਹੈ। ਵਿਵੇਕ ਹੁੰਦਾ ਚੰਗੇ ਮੰਦੇ ਦੀ ਪਹਿਚਾਣ, ਵੀ ਉਹੀ ਸਾਨੂੰ ਦੱਸਦਾ। ਆਮ ਲੋਕਾਂ ਦੇ ਵਿਵੇਕ ਬੁੱਧ ਹੁੰਦੀ ਹੀ ਨਹੀਂ। ਉਹਨੂੰ ਤਾਂ ਇਹੀ ਨਹੀਂ ਪਤਾ ਕਿ ਜੋ ਕਰ ਰਹੇ ਨੇ ਕਿ ਇਹ ਠੀਕ ਹੈ ਕਿ ਗਲਤ ਹੈ, ਇਹੀ ਨਹੀਂ ਪਤਾ। ਇਸ ਲਈ ਗਲਤ ਨੂੰ ਵੀ ਠੀਕ ਸਮਝ ਕੇ ਕਰੀ ਜਾਂਦੇ ਨੇ। ਜਦੋਂ ਆਉਣਗੇ ਸਤ ਸੰਗਤ ਦੇ ਵਿੱਚ, ਫਿਰ ਗੁਰੂ ਤੋਂ ਗਿਆਨ ਹੋਏਗਾ ਕੀ ਠੀਕ ਹੈ ਅਤੇ ਕੀ ਗਲਤ ਹੈ। ਫਿਰ ਵਿਵੇਕ ਬੁੱਧ ਪੈਦਾ ਹੋਏਗੀ, ਉਹ ਠੀਕ ਗਲਤ ਦਾ ਨਿਰਣਾ ਕਰ ਸਕੇ। ਤੁਹਾਡੇ 'ਚ ਵੀ ਹੋ ਸਕਦਾ ਕੋਈ ਬੈਠਾ ਹੋਵੇ ਜਿਹੜਾ ਪਹਿਲਾਂ ਪੀਂਦਾ ਸੀ, ਫਿਰ ਸਤ ਸੰਗਤ ਜਦੋਂ ਆਉਣਾ ਸ਼ੁਰੂ ਕਰਤਾ ਪੀਣਾ ਬੰਦ ਕਰਤੀ। ਹੁਣ ਹਰਕਤ ਵੀ ਕਿਉਂ ਬੰਦ ਕਰਤੀ ਬਈ? ਕੀ ਉਹ ਕੌੜੀ ਲੱਗਦੀ ਸੀ? ਨਹੀਂ,
ਗੁਰੂ ਦੀ ਸੰਗਤ ਕਰਕੇ ਅੰਦਰ ਵਿਵੇਕ ਬੁੱਧ ਪੈਦਾ ਹੋ ਗਈ। ਕੀ ਠੀਕ ਹੈ ਅਤੇ ਕੀ ਗਲਤ ਹੈ ਗਿਆਨ ਹੋ ਗਿਆ। ਇਸ ਲਈ ਸ਼ਰਾਬ ਪੀਣੀ ਬੰਦ ਕਰਦੇ। ਇਹਨੂੰ ਕਹਿੰਦੇ ਵਿਵੇਕ ਬੁੱਧ। ਇਹ ਬਹੁਤ ਥੋੜ੍ਹੇ ਲੋਕਾਂ 'ਚ ਹੁੰਦੀ ਹੈ। ਰਿਸ਼ਵਤ ਲੈਣ ਵਾਲਾ ਸਮਝਦਾ ਇਹ ਠੀਕ ਹੈ, ਮੈਂ ਜੋ ਕਰ ਰਿਹਾ ਠੀਕ ਹੈ। ਮਿਲਾਵਟ ਖੋਰ ਸਮਝਦਾ ਮੈਂ ਜੋ ਕਰ ਰਿਹਾ ਠੀਕ ਹੈ। ਚੋਰ ਸਮਝਦਾ ਮੈਂ ਕਰ ਰਿਹਾ ਠੀਕ ਹੈ। ਡਾਕੂ ਆਪਣੇ ਆਪ ਨੂੰ ਠੀਕ ਸਮਝਦਾ ਹੈ, ਕਿਉਂਕਿ ਉਹਨਾਂ ਦੇ ਅੰਦਰ ਵਿਵੇਕ ਬੁੱਧ ਹੀ ਨਹੀਂ ਹੈ। ਉਹਨਾਂ ਨੂੰ ਗਿਆਨ ਹੀ ਨਹੀਂ ਹੈ ਕੀ ਠੀਕ ਹੈ ਅਤੇ ਕੀ ਗਲਤ ਹੈ। ਸੱਜਣ ਠੱਗ ਵੀ ਠੱਗੀਆਂ ਕਰੀ ਜਾ ਰਹੇ। ਜਦੋਂ ਗੁਰੂ ਨਾਨਕ ਗਏ ਵਿਵੇਕ ਬੁੱਧ ਪੈਦਾ ਕਰਤੀ, ਸਭ ਠੱਗੀਆਂ ਛੱਡਦੀ। ਕੌਡਾ ਰਕਸ਼ ਬੰਦਿਆਂ ਨੂੰ ਮਾਰ ਮਾਰ ਕੇ ਖਾ ਰਹੇ। ਗੁਰੂ ਨਾਨਕ ਦੇਵ ਜੀ ਗਏ ਵਿਵੇਕ ਬੁੱਧ ਪੈਦਾ ਕਰਤੇ, ਰਾਖਸ਼ਪੁਣੇ ਤੋਂ ਸਾਧ ਬਣਾਤਾ। ਵਿਵੇਕ ਬੁੱਧ ਹੈ। ਪਰਮਾਤਮਾ ਤੋਂ ਹੀ ਬੁੱਧ ਪ੍ਰਾਪਤ ਹੁੰਦੀ ਹੈ, ਉਸ ਤੋਂ ਵਿਚਾਰ ਪ੍ਰਾਪਤ ਹੁੰਦੇ ਹੈ, ਉਸ ਤੋਂ ਵਿਵੇਕ ਬੁੱਧ ਪੈਦਾ ਹੁੰਦੀ ਹੈ। ਦੂਰ ਨਾ ਨੇੜੇ ਸਭ ਕੈ ਸੰਗ। ਪਰਮਾਤਮਾ ਦੂਰ ਨਹੀਂ ਹੈ। ਪਰਮਾਤਮਾ ਦੂਰ ਨਹੀਂ ਹੈ, ਨੇੜੇ ਭਾਵ ਨੇੜੇ ਹੈ। ਸਭ ਕੈ ਸੰਗਾ, ਸਾਰਿਆਂ ਦੇ ਨਾਲ ਹੈ। ਪਰਮਾਤਮਾ ਨੂੰ ਦੂਰ ਨਹੀਂ ਸਮਝਣਾ ਕਹਿੰਦੇ, ਉਹ ਤਾਂ ਨੇੜੇ ਹੈ, ਉਹ ਤਾਂ ਸਾਰਿਆਂ ਦੇ ਨਾਲ ਹੈ। ਸੱਚ ਸਲਾਹਨ ਨਾਨਕ ਹਰ ਰੰਗਾ। ਰੰਗਾ ਹੁੰਦਾ ਪਿਆਰ ਨਾਲ। ਸੱਚ ਮੈਨੇ ਪਰਮਾਤਮਾ, ਸਲਾਹਨ ਮੈਨੇ ਸਿਫਤ ਸਲਾਹ ਕਰਨੀ। ਪਰਮਾਤਮਾ ਦੀ ਪਿਆਰ ਨਾਲ ਸਿਫਤ ਸਲਾਹ ਕਰਨੀ ਚਾਹੀਦੀ ਹੈ, ਕਿਉਂਕਿ ਪਰਮਾਤਮਾ ਸਾਡੇ ਨੇੜੇ ਹੈ, ਸਾਡੇ ਨਾਲ ਹੈ। ਉਹ ਸਾਨੂੰ ਬੁੱਧ ਦੇਣ ਵਾਲਾ ਹੈ, ਉਹ ਵਿਵੇਕ ਬੁੱਧ ਦੇਣ ਵਾਲਾ ਹੈ, ਉਹ ਸਾਨੂੰ ਵਿਚਾਰ ਦੇਣ ਵਾਲਾ ਹੈ, ਉਹ ਸਭ ਕੁਛ ਕਰਨ ਕਰਾਉਣ ਵਾਲਾ ਹੈ। ਸੋ ਇਹੋ ਜਿਹੇ ਪਰਮਾਤਮਾ ਦੇ ਪਿਆਰ ਦੇ ਨਾਲ ਨਾਮ ਜਪਣਾ ਚਾਹੀਦਾ, ਉਹਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਕਰਨ ਕਰਾਵਨ ਸਭ ਕਿਛ ਏਕੈ, ਕਰਨ ਕਰਾਵਨ ਸਭ ਕਿਛ ਏਕੈ। ਆਪੇ ਬੁੱਧ ਵਿਚਾਰ ਵਿਵੇਕੈ, ਆਪੇ ਬੁੱਧ ਵਿਚਾਰ ਵਿਵੇਕੈ। ਆਪੇ ਬੁੱਧ ਵਿਚਾਰ ਵਿਵੇਕੈ, ਆਪੇ ਬੁੱਧ ਵਿਚਾਰ ਵਿਵੇਕੈ। ਦੂਰ ਨ ਨੇਰੈ ਸਭ ਕੈ ਸੰਗਾ, ਦੂਰ ਨ ਨੇਰੈ ਸਭ ਕੈ ਸੰਗਾ। ਦੂਰ ਨ ਨੇਰੈ ਸਭ ਕੈ ਸੰਗਾ, ਦੂਰ ਨ ਨੇਰੈ ਸਭ ਕੈ ਸੰਗਾ। ਸੱਚ ਸਲਾਹਨ ਨਾਨਕ ਹਰ ਰੰਗਾ, ਸੱਚ ਸਲਾਹਨ ਨਾਨਕ ਹਰ ਰੰਗਾ। ਸੱਚ ਸਲਾਹਨ ਨਾਨਕ ਹਰ ਰੰਗਾ, ਸੱਚ ਸਲਾਹਨ ਨਾਨਕ ਹਰ ਰੰਗਾ। ਸੋ ਸਿਫਤ ਸਲਾਹ ਕਰਨੀ ਹੈ ਪਿਆਰ ਸਹਿਤ। ਰੁੱਖਾ ਨਹੀਂ ਹੈ, ਅੰਦਰ ਪਿਆਰ ਹੋਵੇ ਪਰਮਾਤਮਾ ਪ੍ਰਤੀ। ਜਿੰਨਾ ਜ਼ਿਆਦਾ ਪਿਆਰ ਹੁੰਦਾ ਹੈ ਉਨੀ ਛੇਤੀ ਪ੍ਰਾਪਤੀ ਹੁੰਦੀ ਹੈ। ਦਸਮ ਪਾਤਸ਼ਾਹ ਦਾ ਨਿਰਣੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪਰਮਾਤਮਾ ਪਿਆਰ ਨਾਲ ਮਿਲਦਾ ਹੈ। ਵੈਸੇ ਤਾਂ ਕਿਸੇ ਦਾ ਵੀ ਮਨ ਤੁਸੀਂ ਵਸ 'ਚ ਕਰਨਾ ਹੈ, ਉਹਨੂੰ ਪਿਆਰ ਕਰਨਾ ਪਏਗਾ। ਡੰਡੇ ਦੇ ਜ਼ੋਰ ਨਾਲ ਅਸੀਂ ਆਪਣੀ ਗੱਲ 'ਤੇ ਮਨਵਾ ਸਕਦੇ ਹਾਂ, ਪਰ ਉਹਦੇ ਮਨ ਨੂੰ ਨਹੀਂ ਜਿੱਤ ਸਕਦੇ। ਮਾਇਆ ਦੇ ਜ਼ੋਰ ਨਾਲ ਅਸੀਂ ਆਪਣਾ ਕੰਮ ਤੇ ਉਸ ਤੋਂ ਕਰਵਾ ਸਕਦੇ ਹਾਂ, ਪਰ ਉਹਦਾ ਮਨ ਨਹੀਂ ਜਿੱਤ ਸਕਦੇ। ਕਿਸੇ ਦਾ ਮਨ ਜਿੱਤਣੇ ਤਾਂ ਪਿਆਰ ਦੀ ਲੋੜ ਹੈ। ਇਸ ਤਰ੍ਹਾਂ ਪਰਮਾਤਮਾ ਨੂੰ ਜੇ ਉਹਦੇ ਮਨ ਨੂੰ ਜਿੱਤਣੇ ਤਾਂ ਪਿਆਰ ਦੀ ਲੋੜ ਹੈ। ਪਿਆਰ ਸਹਿਤ ਬਾਣੀ ਪੜ੍ਹਨੀ ਹੈ, ਪਿਆਰ ਸਹਿਤ ਨਾਮ ਜਪਣਾ ਹੈ, ਪਿਆਰ ਸਹਿਤ ਸਤ ਸੰਗਤ ਕਰਨੀ ਹੈ। ਅੱਗੇ ਕਹਿੰਦੇ ਗੌੜੀ ਮਹਿਲਾ ਪੰਜਵਾਂ। ਜਾਂ ਤੇ ਇਹਨੂੰ ਬੋਲਣਾ ਮਹਿਲਾ, ਬਹੁਤੇ ਬੋਲਦੇ ਮਹਿਲਾ। ਹਾਹੇ ਨੂੰ ਦਿਲਾਵਾਂ ਨਹੀਂ ਬੋਲਣੀ ਹੈ, ਮੰਮੇ ਨੂੰ ਬੋਲਣੀ। ਹਾਹੇ ਤੋਂ ਪਹਿਲਾ ਅੱਖਰ ਮੁਕਤਾ ਮੰਮਾ, ਉਸ ਦੇ ਦਿਲਾਵਾਂ ਬੋਲਣੀ ਹੈ ਮਹਿਲਾ। ਮਹਿਲਾ ਜਾਂ ਪੜ੍ਹਨਾ ਮਹੱਲਾ।
ਮਹਿਲਾ ਫਾਰਸੀ ਦਾ ਸ਼ਬਦ ਹੈ, ਮਹੱਲਾ ਅਰਬੀ ਦਾ ਸ਼ਬਦ ਹੈ। ਅਰਥ ਦੋਨਾਂ ਦਾ ਇੱਕੋ ਹੈ, ਗੁਰੂ। ਅਰਥ ਦੋਨਾਂ ਦਾ ਹੈ ਗੁਰੂ। ਗੌੜੀ ਮਹੱਲਾ ਪੰਜਵਾਂ। ਰਾਗ ਦਾ ਨਾਂ ਹੈ ਗੌੜੀ। ਮਹੱਲਾ ਭਾਵ ਪੰਚਮ ਪਾਤਸ਼ਾਹ, ਮਹੱਲਾ ਭਾਵ ਗੁਰੂ, ਅਤੇ ਪੰਜਵਾਂ ਪੰਚਮ ਪਾਤਸ਼ਾਹ। ਗੁਰੂ ਅਰਜਨ ਦੇਵ ਮਹਾਰਾਜ ਦੀ ਬਾਣੀ ਹੈ। ਗੁਰੂ ਮਹਾਰਾਜ ਕਹਿੰਦੇ, ਗੁਰ ਸੇਵਾ ਤੇ ਨਾਮੇ ਲਾਗਾ, ਤਿਸ ਕੋ ਮਿਲਿਆ ਜਿਸ ਮਸਤਕ ਭਾਗਾ, ਤਿਸ ਕੈ ਹਿਰਦੈ ਰਵਿਆ ਸੋਏ, ਮਨ ਤਨ ਸੀਤਲ ਨਿਹਚਲ ਹੋਏ। ਗੁਰੂ ਦੀ ਸੇਵਾ ਕਰਕੇ ਮਨੁੱਖ ਨਾਮ ਜਪਣ ਲੱਗ ਜਾਂਦਾ ਹੈ। ਕਿਉਂ? ਜੈਸਾ ਸੇਵੈ ਤੈਸਾ ਹੋਏ। ਗੁਰੂ ਦਾ ਕੰਮ ਹੀ ਨਾਮ ਜਪਣਾ ਜਪਾਉਣਾ ਹੈ। ਜਦੋਂ ਅਸੀਂ ਉਹਨਾਂ ਦੀ ਸੇਵਾ ਕਰਾਂਗੇ ਅਸੀਂ ਵੀ ਨਾਮ ਜਪਣ ਲੱਗ ਜਾਵਾਂਗੇ। ਇਸ ਲਈ ਕਹਿੰਦੇ ਗੁਰ ਸੇਵਾ ਤੇ ਨਾਮੇ ਲੱਗ। ਗੁਰੂ ਦੀ ਸੇਵਾ ਕਰਦੇ ਕਦੇ ਮਨੁੱਖ ਨਾਮ ਜਪਣ ਲੱਗ ਜਾਂਦਾ। ਫਿਰ ਜਿਹੜਾ ਨਾਮ ਜਪਦਾ ਤਿਸ ਕੋ ਮਿਲਿਆ ਜਿਸ ਮਸਤਕ ਭਾਗਾ। ਪਰ ਇਹ ਨਾਮ ਦੀ ਦਾਤ ਵੀ ਉਸ ਨੂੰ ਮਿਲਦੀ ਹੈ, ਗੁਰੂ ਦੀ ਸੇਵਾ ਵੀ ਉਸ ਨੂੰ ਮਿਲਦੀ ਹੈ ਜਿਸ ਮਸਤਕ ਭਾਗਾ, ਜਿਹਦੇ ਮੱਥੇ 'ਤੇ ਪਹਿਲੇ ਕਿਸਮਤ ਲਿਖੀ ਹੁੰਦੀ ਹੈ। ਜਿਹਦੇ ਮੱਥੇ 'ਤੇ ਪਹਿਲੇ ਚੰਗੀ ਕਿਸਮਤ ਲਿਖੀ ਹੋਈ ਨਾ, ਉਹਨੂੰ ਗੁਰੂ ਮਿਲਦਾ, ਉਹਨੂੰ ਗੁਰੂ ਦੀ ਸੇਵਾ ਮਿਲਦੀ ਹੈ, ਉਹੀ ਨਾਮ ਜਪਣ ਲੱਗਦਾ ਹੈ। ਤੁਸੀਂ ਐਵੇਂ ਨਹੀਂ ਸਤਸੰਗ 'ਚ ਆ ਗਏ, ਲਿਖਾ ਕੇ ਲਏ ਹੋਏ ਹੋ ਕਿ ਤੁਸੀਂ ਸਤਸੰਗ ਕਰੋਗੇ, ਬਾਣੀ ਪੜ੍ਹੋਗੇ, ਨਾਮ ਜਪੋਗੇ। ਜੇ ਵੱਡੇ ਭਾਗ ਹੁਣ ਤਾਂ ਬੰਦਾ ਇਸ ਪਾਸੇ ਲੱਗਦਾ, ਨਹੀਂ ਤਾਂ ਜਿੰਨਾ ਮਰਜ਼ੀ ਕਹੀ ਜੋ ਲੱਗਦਾ ਹੀ ਨਹੀਂ ਇਸ ਪਾਸੇ ਨੂੰ। ਸੰਸਾਰ 'ਚ ਸਭ ਤੋਂ ਔਖਾ ਪਾਸਾ ਧਰਮ ਨੂੰ ਗਿਣਦੇ ਨੇ। ਮਨੁੱਖ ਤਾਂ ਜੋ ਮਰਜ਼ੀ ਹੋਰ ਕਰਾ ਲਏ, 12 ਘੰਟੇ ਸਰੀਰਕ ਕੰਮ ਕਰ ਸਕਦਾ ਹੈ, ਪਰ 1 ਘੰਟਾ ਇਹ ਪਾਠ ਭਜਨ ਬੰਦਗੀ ਨਹੀਂ ਕਰ ਸਕਦਾ। ਇਹ ਸਭ ਤੋਂ ਔਖਾ ਕੰਮ ਲੱਗਦਾ। ਕਿਉਂ? ਭਾਗਾਂ 'ਚ ਹੀ ਨਹੀਂ ਹੈ। ਅਤੇ ਜੇ ਚੰਗੇ ਭਾਗ ਹੋਣ ਫਿਰ ਛੋਟੀ ਉਮਰ 'ਚ ਇਸ ਪਾਸੇ ਲੱਗ ਜਾਂਦਾ ਬੰਦਾ, ਉਹਦੀ ਰੁਚੀ ਉੱਧਰ ਨੂੰ ਪੈਦਾ ਹੋ ਜਾਂਦੀ। ਤਿਸ ਕੈ ਹਿਰਦੈ ਰਵਿਆ ਸੋਏ। ਰਵਿਆ ਹੁੰਦਾ ਵਸਣਾ। ਉਹਦੇ ਹਿਰਦੇ ਫਿਰ ਪਰਮਾਤਮਾ ਵਸ ਜਾਂਦਾ ਹੈ। ਮਨ ਤਨ ਸੀਤਲ ਨਿਹਚਲ ਹੋਏ। ਉਹਦਾ ਮਨ ਅਤੇ ਤਨ ਸ਼ਾਂਤ ਹੋ ਜਾਂਦਾ ਹੈ। ਉਹਦਾ ਮਨ ਨਿਹਚਲ ਦਾ ਅਡੋਲ, ਉਹਦਾ ਮਨ ਅਡੋਲ ਹੋ ਜਾਂਦਾ। ਨਹੀਂ ਤਾਂ ਡੋਲਦਾ ਹੀ ਰਹਿੰਦਾ, ਭਟਕਦਾ ਰਹਿੰਦਾ, ਅਡੋਲ ਹੋ ਜਾਂਦਾ। ਸੋ ਜਿਹੜਾ ਗੁਰੂ ਦੀ ਸੇਵਾ ਕਰਦਾ ਉਹ ਨਾਮ ਜਪਦਾ ਹੈ। ਪਰ ਗੁਰੂ ਦੀ ਸੇਵਾ ਕੌਣ ਕਰਦਾ? ਨਾਮ ਕੌਣ ਜਪਦਾ? ਜਿਹਦੇ ਮੱਥੇ 'ਤੇ ਭਾਗ ਹੁੰਦੇ ਚੰਗੇ। ਜਦੋਂ ਉਹ ਸੇਵਾ ਕਰਦਾ, ਨਾਮ ਜਪਦਾ, ਫਿਰ ਉਹਦੇ ਹਿਰਦੇ 'ਚ ਪਰਮਾਤਮਾ ਵਸ ਜਾਂਦਾ। ਜਦੋਂ ਪਰਮਾਤਮਾ ਵਸਦਾ ਫਿਰ ਮਨ ਅਤੇ ਤਨ ਸ਼ਾਂਤ ਹੋ ਜਾਂਦੇ ਨੇ ਅਤੇ ਮਨ ਅਡੋਲ ਹੋ ਜਾਂਦਾ। ਗੁਰ ਸੇਵਾ ਤੇ ਨਾਮੇ ਲਾਗਾ, ਗੁਰ ਸੇਵਾ ਤੇ ਨਾਮੇ ਲਾਗਾ, ਗੁਰ ਸੇਵਾ ਤੇ ਨਾਮੇ ਲਾਗਾ, ਗੁਰ ਸੇਵਾ ਤੇ ਨਾਮੇ ਲਾਗਾ। ਤਿਸ ਕੋ ਮਿਲਿਆ ਜਿਸ ਮਸਤਕ ਭਾਗਾ, ਤਿਸ ਕੋ ਮਿਲਿਆ ਜਿਸ ਮਸਤਕ ਭਾਗਾ, ਤਿਸ ਕੋ ਮਿਲਿਆ ਜਿਸ ਮਸਤਕ ਭਾਗਾ, ਤਿਸ ਕੋ ਮਿਲਿਆ ਜਿਸ ਮਸਤਕ ਭਾਗਾ। ਤਿਸ ਕੈ ਹਿਰਦੈ ਰਵਿਆ ਸੋਏ, ਤਿਸ ਕੈ ਹਿਰਦੈ ਰਵਿਆ ਸੋਏ, ਤਿਸ ਕੈ ਹਿਰਦੈ ਰਵਿਆ ਸੋਏ, ਤਿਸ ਕੈ ਹਿਰਦੈ ਰਵਿਆ ਸੋਏ।
ਮਨ ਤਨ ਸੀਤਲ ਨਿਹਚਲ ਹੋਏ, ਮਨ ਤਨ ਸੀਤਲ ਨਿਹਚਲ ਹੋਏ, ਮਨ ਤਨ ਸੀਤਲ ਨਿਹਚਲ ਹੋਏ, ਮਨ ਤਨ ਸੀਤਲ ਨਿਹਚਲ ਹੋਏ। ਗੁਰੂ ਮਹਾਰਾਜ ਕਹਿੰਦੇ ਐਸਾ ਕੀਰਤਨ ਕਰ ਮਨ ਮੇਰੇ, ਇਹਾਂ ਉਹਾਂ ਜੋ ਕਾਮ ਤੇਰਾ। ਹੇ ਇਨਸਾਨ ਤੂੰ ਪਰਮਾਤਮਾ ਦੀ ਸਿਫਤ ਸਲਾਹ ਕਰ। ਕੀਰਤਨ ਸਿਫਤ ਸਲਾਹ। ਜੇ ਗਾ ਕੇ ਸਿਫਤ ਸਲਾਹ ਕਰੀ ਅੜਕਾ ਜੀ ਕੀਰਤਨ ਕਰ ਰਿਹਾ। ਉਂਝ ਕੀਰਤਨ ਦਾ ਸ਼ਬਦੀ ਅਰਥ ਹੈ ਸਿਫਤ ਸਲਾਹ। ਹੇ ਮੇਰੇ ਮਨ ਤੂੰ ਪਰਮਾਤਮਾ ਦੀ ਸਿਫਤ ਸਲਾਹ ਕਰ। ਇਹਾਂ ਲੋਕ ਵਿੱਚ, ਉਹਾਂ ਪਰਲੋਕ ਵਿੱਚ ਜੋ ਕਾਮ ਤੇਰੇ, ਇਹ ਤੇਰੇ ਕੰਮ ਆਊਗੀ। ਇਹ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਤੇਰੇ ਲੋਕ ਪਰਲੋਕ 'ਚ ਕੰਮ ਆਵੇਗੀ। ਜਾਸ ਜਪਤ ਭਉ ਅਪਦਾ ਜਾਏ। ਭਉ ਹੁੰਦਾ ਡਰ, ਅਪਦਾ ਹੁੰਦੀ ਬਿਪਤਾ। ਜਿਸ ਦਾ ਸਿਮਰਨ ਕਰਕੇ ਡਰ ਖਤਮ ਹੋ ਜਾਂਦਾ ਹੈ, ਬਿਪਤਾ ਖਤਮ ਹੋ ਜਾਂਦੀ ਹੈ। ਤਾਵਤ ਮਨੁਆ ਆਵੈ ਠਾਏ। ਭਜਦਾ ਹੋਇਆ ਮਨ, ਧਾਵਤ ਦੌੜਦਾ ਹੋਇਆ, ਦੌੜਦਾ ਹੋਇਆ ਮਨ ਆਵੈ ਠਾਏ, ਇੱਕ ਥਾਂ 'ਤੇ ਟਿਕ ਜਾਂਦਾ ਹੈ। ਕਿਉਂਕਿ ਪਰਮਾਤਮਾ ਦਾ ਸਿਮਰਨ ਕਰਦਿਆਂ 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 ਇੱਕ ਦਿਨ ਰਸ ਆਉਣ ਲੱਗ ਜਾਂਦਾ ਹੈ। ਜਦੋਂ ਰਸ ਆਉਂਦਾ ਨਾ ਕਿਸੇ ਚੀਜ਼ ਦੇ 'ਚ, ਫਿਰ ਇਹ ਮਨ ਟਿਕਦਾ ਹੈ। ਕਿਸੇ ਨੂੰ ਬਾਣੀ ਪੜ੍ਹਨ 'ਚ ਰਸ ਆ ਰਿਹਾ, ਮਨ ਉੱਥੇ ਹੀ ਟਿਕ ਜਾਏਗਾ, ਇੱਧਰ ਉੱਧਰ ਨਹੀਂ ਜਾਏਗਾ। ਭੌਰੇ ਦੀ ਉਦਾਹਰਨ ਦਿੰਦੇ ਨੇ। ਭੌਰਾ ਇੱਕ ਫੁੱਲ 'ਤੇ ਬੈਠਦਾ, ਚੂਸ ਕੇ ਦੇਖਦਾ। ਜੇ ਤਾਂ ਰਸ ਸਵਾਦੀ ਨਹੀਂ ਲੱਗਿਆ, ਉੱਥੋਂ ਉੜ ਜਾਏਗਾ, ਅਗਲੇ ਫੁੱਲ 'ਤੇ ਜਾਏਗਾ। ਉਹਨੂੰ ਚੂਸ ਕੇ ਵੇਖੇਗਾ, ਨਹੀਂ ਸਵਾਦ ਆਇਆ, ਅਗਲੇ ਚਲੇ ਜਾਏਗਾ। ਜਿੱਥੇ ਚੂਸ ਕੇ ਉਹਨੂੰ ਸਵਾਦ ਹੁੰਦਾ, ਫਿਰ ਉਹ ਚੂਸਦਾ ਰਹਿੰਦਾ, ਚੂਸਦਾ ਰਹਿੰਦਾ, ਅਤੇ ਉਹਨੂੰ ਪਤਾ ਹੀ ਲੱਗਦਾ ਕਿ ਦਿਨ ਛਿਪ ਗਿਆ ਹੈ। ਕਿਉਂ? ਉਹਨੂੰ ਰਸ ਆ ਰਿਹਾ ਹੈ। ਜਿੱਥੇ ਰਸ ਹੁੰਦਾ ਉੱਥੇ ਸਮਾਂ ਭੁੱਲ ਭੁਲਾ ਜਾਂਦਾ ਹੈ। ਕੰਮ ਦੇ ਜਦੋਂ ਤੁਸੀਂ ਕੰਮ ਕਰ ਰਹੇ ਹੋ, ਤੁਸੀਂ ਘੜੀ ਨੂੰ ਵਾਰੀ ਵਾਰੀ ਵੇਖਦੇ ਹੋ। ਜਦ ਤੁਸੀਂ ਸੇਵਾ ਕਰਦੇ ਹੋ, ਫਿਰ ਘੜੀ ਵਾਰੀ ਵਾਰੀ ਨਹੀਂ ਵੇਖਦੇ। ਜਦੋਂ ਕੰਮ ਕਰ ਰਹੇ ਹੋ ਨਾ, ਘੜੀ ਵਾਰੀ ਵਾਰੀ ਦੇਖੋਗੇ। ਕਿਉਂ? ਕੰਮ ਤੋਂ ਬੰਦਾ ਉਕਤਾ ਜਾਂਦਾ ਹੈ, ਸੇਵਾ ਤੋਂ ਬੰਦਾ ਉਕਤਾਉਂਦਾ ਨਹੀਂ ਹੈ, ਕਿ ਉਹ ਜੀ ਲੱਗਦਾ ਉਹਦੇ ਵਿੱਚ। ਇਸੇ ਤਰ੍ਹਾਂ ਹੀ ਜਦੋਂ ਬਾਣੀ 'ਚ ਸਿਮਰਨ 'ਚ ਰਸ ਆਵੇਗਾ, ਫਿਰ ਉਹਨੂੰ ਪਤਾ ਹੀ ਲੱਗਦਾ ਕਿੰਨਾ ਸਮਾਂ ਹੋ ਗਿਆ ਹੈ। ਉਹ ਲੱਗਾ ਰਹਿੰਦਾ। ਸ਼ੁਰੂ ਜਦੋਂ ਮੈਂ ਇਸ ਪਾਸੇ ਲੱਗਾ, ਹਾਲਾਂਕਿ ਮੈਂ ਆਪਣੀ ਨਾਲ ਪੜ੍ਹਾਈ ਵੀ ਕਰਦਾ ਸੀ, ਆਪਣੇ ਰੋਟੀਆਂ ਪਾਣੀ ਵੀ ਆਪ ਹੀ ਪਕਾ ਕੇ ਖਾਣੀਆਂ, ਆਪਣੇ ਕੱਪੜੇ ਵੀ ਆਪ ਹੀ ਧੋਣੇ ਆ, ਸਭ ਕੁਛ ਆਪ ਹੀ ਕਰਨਾ ਸੀ। ਸਕੂਲ 'ਚ ਪੜ੍ਹਾਉਣਾ ਵੀ ਸੀ। ਪਰ ਮੈਂ ਕਈ ਵਾਰੀ 6 ਘੰਟੇ ਬਾਣੀ ਪੜ੍ਹਦਾ, ਮੈਨੂੰ ਪਤਾ ਹੀ ਨਹੀਂ ਸੀ ਲੱਗਦਾ ਰਾਤ ਦੇ 1 ਵੱਜ ਗਿਆ ਕਿ 2 ਵੱਜ ਗਿਆ ਹੈ। ਜਦੋਂ ਕਿਤੇ ਬਿਰਤੀ ਉਖੜਨੀ, ਫਿਰ ਮੈਂ ਲੇਟ ਜਾਣਾ, ਵੀ ਸਵੇਰੇ ਉੱਠਣਾ ਵੀ ਹੈ, ਡਿਊਟੀ 'ਤੇ ਵੀ ਜਾਣਾ। ਸਮਾਂ ਪਾ ਕੇ ਰੁਚੀ ਵੱਧਦੀ ਘਟਦੀ ਰਹਿੰਦੀ ਹੈ। ਕਬੀਰ ਕਹਿੰਦੇ ਜੈਸੀ ਉਪਜੀ ਪੇੜ 'ਤੇ ਤੈਸ ਹੀ ਨਿਭੈ ਨਾਲ। ਜਿਹੋ ਜਿਹਾ ਸ਼ੁਰੂ 'ਚ ਸੀ, ਅਗਰ ਉਹੇ ਜੇ ਅਖੀਰ ਤੱਕ ਰਹੇ ਤਾਂ ਕਿਤੇ ਦਾ ਕਿਤੇ ਪਹੁੰਚ ਜਾਂਦਾ ਬੰਦਾ। ਤੁਹਾਡੇ 'ਚ ਜਿਨ੍ਹਾਂ ਨੇ ਜਦੋਂ ਅੰਮ੍ਰਿਤ ਛਕਿਆ, ਹਫ਼ਤਾ 2 ਹਫ਼ਤੇ ਬੜਾ ਅੰਮ੍ਰਿਤ ਵੇਲੇ ਉੱਠੇ ਜੀ, ਬੜਾ ਛੇਤੀ ਸਿਰ ਧੋ ਲੈਣਾ, ਫਿਰ ਤਾਂ ਹਫ਼ਤਾ ਲੰਘਣ ਲੱਗ ਗਿਆ ਨਾ ਸਿਰ ਧੋਤੇ, ਉਹ ਦੂਜੇ ਤੀਜੇ ਨਹੀਂ ਧੋ ਲੈਣਾ। ਸਵੇਰੇ ਸਿਰ ਉੱਠਣਾ ਹੈ। 15-20 ਦਿਨਾਂ ਬਾਅਦ ਫਿਰ ਹੌਲੀ ਢਿੱਲੇ ਪੈ ਗਏ, ਮਹੀਨੇ ਬਾਅਦ ਹੋਰ ਢਿੱਲੇ ਪੈ ਗਏ। ਅੰਮ੍ਰਿਤ ਛਕਿਆ ਜੀ ਉਹੀ ਹਾਲ ਅਖੀਰ ਤੱਕ ਰਹਿੰਦਾ, ਤੇ ਕਦੋਂ ਦਾ ਰੱਬ ਮਿਲ ਗਿਆ ਹੁੰਦਾ। ਇਹ ਰੁਚੀ ਬੰਦੇ ਦੀ ਵੱਧਦੀ ਘਟਦੀ ਰਹਿੰਦੀ ਹੈ। ਜੇ ਇੱਕੋ ਤਾਂ ਦੀ ਬਣੀ ਰਹੇ, ਬੜੀ ਛੇਤੀ ਪ੍ਰਾਪਤੀ ਹੋ ਸਕਦੀ ਹੈ। ਸੋ ਗੁਰੂ ਮਹਾਰਾਜ ਕਹਿੰਦੇ ਜਾਸ ਜਪਤ ਭਉ ਅਪਦਾ ਜਾਏ।
ਜਿਹਦਾ ਸਿਮਰਨ ਕਰਕੇ ਡਰ ਅਤੇ ਮੁਸੀਬਤ ਖਤਮ ਹੋ ਜਾਂਦੀ ਹੈ। ਧਾਵਤ ਮਨੁਆ ਆਵੈ ਠਾਏ, ਦੌੜਦਾ ਹੋਇਆ ਮਨ ਇੱਕ ਥਾਂ ਤੇ ਟਿਕ ਜਾਂਦਾ ਹੈ। ਜਾਸ ਜਪਤ ਫਿਰ ਦੁੱਖ ਨਾ ਲਾਗੇ, ਜਾਸ ਹੁੰਦਾ ਜਿਸ ਦਾ, ਜਿਸ ਦਾ ਸਿਮਰਨ ਕਰਨਾ ਫਿਰ ਦੁੱਖ ਨਹੀਂ ਲੱਗਦਾ। ਜਾਸ ਜਪਤੇ ਹਉਮੈ ਭਾਗੈ, ਜਿਹਦਾ ਸਿਮਰਨ ਕਰਕੇ ਅੰਦਰ ਹਉਮੈ ਖਤਮ ਹੋ ਜਾਂਦੀ ਹੈ। ਸੋ ਇਸ ਲਈ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ। ਡਰ ਖਤਮ ਹੋ ਜਾਏਗਾ, ਮੁਸੀਬਤਾਂ ਖਤਮ ਹੋ ਜਾਣਗੀਆਂ, ਭਟਕਦਾ ਮਨ ਟਿਕ ਜਾਏਗਾ, ਫਿਰ ਦੁੱਖ ਤੋਂ ਬਚਾਅ ਹੋ ਜਾਏਗਾ, ਹਉਮੈ ਖਤਮ ਹੋ ਜਾਏਗੀ। ਜਾਸ ਜਪਤ ਬਸ ਆਵੇਂ ਪੰਚਾ, ਪੰਚਾ ਮੈਨੇ ਪੰਜੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਕਹਿੰਦਾ ਜਿਸ ਦਾ ਸਿਮਰਨ ਕਰਕੇ, ਪਰਮਾਤਮਾ ਦਾ ਸਿਮਰਨ ਕਰਕੇ ਪੰਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਸ 'ਚ ਆ ਜਾਂਦੇ ਨੇ। ਹੁਣ ਤੇ ਅਸੀਂ ਇਹਨਾਂ ਦੇ ਅਧੀਨ ਹਾਂ। ਅੱਜ ਸੰਸਾਰ 'ਚ ਜਿੰਨੀਆਂ ਵੀ ਬੁਰਾਈਆਂ ਨੇ, ਇਹ ਸਭ ਇਹਨਾਂ ਪੰਜਾਂ ਦੇ ਅਧੀਨ ਹੋਣ ਕਰਕੇ ਮਨੁੱਖ ਕਰਦੇ ਨੇ। ਕੋਈ ਕਾਮ ਦੇ ਅਧੀਨ ਹੈ, ਕੋਈ ਕ੍ਰੋਧ ਦੇ, ਕੋਈ ਲੋਭ ਦੇ, ਕੋਈ ਮੋਹ ਦੇ, ਕੋਈ ਹੰਕਾਰ ਦੇ, ਤੇ ਇਹ ਪੰਜੇ ਹੀ ਫਿਰ ਬੁਰਾਈਆਂ ਕਰਾਉਂਦੇ ਸਾਡੇ ਤੋਂ। ਪਰਮਾਤਮਾ ਦਾ ਸਿਮਰਨ ਕਰਕੇ ਪੰਜੇ ਹੀ ਕਾਬੂ 'ਚ ਹੋ ਜਾਂਦੇ ਨੇ। ਜਾ ਜਪਤ ਹਿਰਦੈ ਅੰਮ੍ਰਿਤ ਸੰਚਾ, ਸੰਚਾ ਹੁੰਦਾ ਇਕੱਠਾ ਹੋਣਾ। ਪਰਮਾਤਮਾ ਦਾ ਸਿਮਰਨ ਕਰਕੇ ਅੰਦਰ ਹਿਰਦੇ 'ਤੇ ਨਾਮ ਅੰਮ੍ਰਿਤ ਇਕੱਠਾ ਹੋ ਜਾਂਦਾ ਹੈ। ਨਾਮ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ। ਨਾਮ ਨੂੰ ਅੰਮ੍ਰਿਤ ਕਿਹਾ ਹੈ। ਅੰਮ੍ਰਿਤ ਹੁੰਦਾ ਜਿਹੜਾ ਸਾਨੂੰ ਜੰਮਣ ਮਰਨ ਤੋਂ ਰਹਿਤ ਕਰ ਦੇਵੇ। ਪਰਮਾਤਮਾ ਦੇ ਨਾਮ ਨੂੰ ਅੰਮ੍ਰਿਤ ਇਸ ਲਈ ਕਿਹਾ ਕਿ ਜਿਹੜਾ ਨਾਮ ਜਪਦਾ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ, ਉਹਦਾ ਜੰਮਣ ਮਰਨ ਹੀ ਖਤਮ ਹੋ ਜਾਂਦਾ ਹੈ। ਸੰਚਾ ਹੁੰਦਾ ਇਕੱਠਾ ਕਰਨਾ। ਕਹਿੰਦੇ ਪਰਮਾਤਮਾ ਦਾ ਸਿਮਰਨ ਕਰਨ ਨਾਲ ਅੰਦਰ ਨਾਮ ਅੰਮ੍ਰਿਤ ਇਕੱਠਾ ਹੋ ਜਾਂਦਾ ਹੈ। ਜਾਸ ਜਪਤੇ ਤ੍ਰਿਸ਼ਨਾ ਬੁੱਝੇ, ਪਰਮਾਤਮਾ ਦਾ ਸਿਮਰਨ ਕਰ ਤ੍ਰਿਸ਼ਨਾਵਾਂ ਖਤਮ ਹੋ ਜਾਂਦੀਆਂ ਹਨ। ਮਹਾਤਮਾ ਬੁੱਧ ਦੇ ਸਾਰੇ ਧਰਮ ਇਹੀ ਕਹਿੰਦੇ ਨੇ ਕਿ ਸਾਡੇ ਦੁੱਖਾਂ ਦਾ ਕਾਰਨ ਸਾਡੀਆਂ ਤ੍ਰਿਸ਼ਨਾਵਾਂ ਹਨ। ਮਹਾਤਮਾ ਬੁੱਧ ਨੂੰ 12 ਸਾਲ ਦੀ ਤਪੱਸਿਆ ਬਾਅਦ ਜਦੋਂ ਗਿਆਨ ਹੋਇਆ ਤਾਂ ਉਹਨੇ ਜਿਹੜਾ ਪਹਿਲਾ ਲੈਕਚਰ ਕੀਤਾ, ਉਸ ਲੈਕਚਰ ਨੂੰ ਸੁਣਨ ਦੇ 5 ਚੇਲੇ ਬਣੇ ਸਨ। ਅਤੇ ਉਹਨਾਂ ਦਾ ਪਹਿਲੀ ਗੱਲ ਸੀ ਕਿ ਇਹ ਸੰਸਾਰ ਦੁੱਖਾਂ ਦਾ ਘਰ ਹੈ। ਦੂਸਰਾ, ਦੁੱਖਾਂ ਦਾ ਕਾਰਨ ਸਾਡੀਆਂ ਤ੍ਰਿਸ਼ਨਾਵਾਂ ਇੱਛਾਵਾਂ ਹਨ। ਇਹਨਾਂ ਤੋਂ ਛੁਟਕਾਰਾ ਕਿਵੇਂ ਹੋਵੇ, ਉਹਨੇ ਅੱਗੇ 6 ਢੰਗ ਦਿੱਤੇ ਨੇ ਮਹਾਤਮਾ ਬੁੱਧ ਨੇ। ਸਿੱਖ ਤਰ੍ਹਾਂ ਪਹਿਲੀਆਂ ਦੋਨੋਂ ਗੱਲਾਂ ਮੰਨਦਾ ਹੈ ਕਿ ਸੰਸਾਰ ਦੁੱਖਾਂ ਦਾ ਘਰ ਹੈ। ਨਾਨਕ ਦੁਖੀਆ ਸਭ ਸੰਸਾਰ, ਅਤੇ ਦੁੱਖਾਂ ਦਾ ਕਾਰਨ ਤ੍ਰਿਸ਼ਨਾਵਾਂ ਨੇ। ਸਿੱਖ ਧਰਮ ਕਹਿੰਦਾ ਪਰਮਾਤਮਾ ਦਾ ਨਾਮ ਜਪੀ ਜਾਓ, ਜਪੀ ਜਾਓ, ਜਪੀ ਜਾਓ, ਤ੍ਰਿਸ਼ਨਾਵਾਂ ਖਤਮ ਹੋ ਜਾਣਗੀਆਂ। ਜਿਉਂ ਹੀ ਤ੍ਰਿਸ਼ਨਾ ਖਤਮ ਹੋਏਗੀ, ਦੁੱਖ ਖਤਮ ਹੋ ਜਾਏਗਾ। ਤੁਹਾਡੇ ਅੰਦਰ ਕੋਈ ਇੱਛਾ ਪੈਦਾ ਹੋ ਗਈ ਹੈ, ਸਮਝੋ ਤੁਹਾਡਾ ਦੁੱਖ ਸ਼ੁਰੂ ਹੋ ਗਿਆ। ਬੱਚਾ ਪੈਦਾ ਹੋ ਗਿਆ, 2 ਸਾਲਾਂ ਦਾ ਹੋਇਆ, 2.5 ਸਾਲਾਂ ਦਾ, ਇੱਛਾ ਪੈਦਾ ਹੋਈ ਹੈ ਇਹਨੂੰ ਕੋਈ ਅੱਛੇ ਸਕੂਲ ਦਾਖਲਾ ਮਿਲ ਜਾਏ। ਜਿੰਨਾ ਚਿਰ ਦਾਖਲਾ ਮਿਲ ਨਹੀਂ ਜਾਂਦਾ ਚਿੰਤਾ ਲੱਗੀ ਰਹੇਗੀ। ਚਲੋ ਦਾਖਲਾ ਮਿਲ ਗਿਆ, ਥੋੜ੍ਹੇ ਮਨ ਨੂੰ ਸਕੂਨ ਆਇਆ, ਫਿਰ ਚਿੰਤਾ ਲੱਗੀ ਰਹੇਗੀ ਇਹ ਹੁਸ਼ਿਆਰ ਹੋ ਜੇ। ਫਿਰ ਪੜ੍ਹ ਗਿਆ ਹੈ, ਫਿਰ ਚਿੰਤਾ ਇਹਨੂੰ ਕੋਈ ਨੌਕਰੀ ਲੱਗ ਜਾਏ। ਨੌਕਰੀ ਲੱਗ ਗਈ, ਫਿਰ ਚਿੰਤਾ ਇਹਦੀ ਸ਼ਾਦੀ ਹੋ ਜਾਏ। ਚਲੋ ਸ਼ਾਦੀ ਹੋ ਗਈ, ਫਿਰ ਚਿੰਤਾ ਇਹਦੇ ਬੱਚਾ ਹੋਵੇ। ਉਹ ਕੁੜੀ ਹੋ ਗਈ, ਫਿਰ ਚਿੰਤਾ ਮੁੰਡਾ ਹੋਵੇ। ਬਸ ਐਂ ਲੱਗਾ ਰਹਿੰਦਾ ਬੰਦਾ। ਇਹ ਚਿੰਤਾਵਾਂ ਇਹਦਾ ਖਹਿੜਾ ਹੀ ਨਹੀਂ ਛੱਡਦੀਆਂ, ਕਿਉਂਕਿ ਇੱਛਾਵਾਂ ਸਾਡੇ ਅੰਦਰ ਪੈਦਾ ਹੁੰਦੀਆਂ ਰਹਿੰਦੀਆਂ ਨੇ। ਪਰਮਾਤਮਾ ਕਹਿੰਦਾ ਮੈਂ ਤੁਹਾਡੀਆਂ ਲੋੜਾਂ ਪੂਰੀਆਂ ਕਰਾਂਗਾ, ਕਿਉਂਕਿ ਮੈਂ ਤੁਹਾਨੂੰ ਪੈਦਾ ਕੀਤਾ।
ਤੁਸੀਂ ਮੇਰੇ ਬੱਚੇ ਹੋ, ਮੈਂ ਤੁਹਾਨੂੰ ਪੈਦਾ ਕੀਤਾ, ਤੁਹਾਨੂੰ ਪਾਲਣਾ ਪੋਸ਼ਣਾ ਮੇਰਾ ਫਰਜ਼ ਹੈ। ਮੈਂ ਤੁਹਾਡੀਆਂ ਲੋੜਾਂ ਦਾ ਜ਼ਿੰਮੇਵਾਰ ਹਾਂ। ਉਹ ਵੀ ਉਹਨਾਂ ਦਾ ਜਿਹੜੇ ਮੇਰਾ ਨਾਮ ਜਪਦੇ ਨੇ। ਨਹੀਂ ਤਾਂ ਦਫਾ ਹੋ ਕਹਿੰਦੇ, ਜਿਹੜਾ ਮੇਰਾ ਨਾਮ ਨਹੀਂ ਜਪਦਾ ਉਹਨੂੰ ਮੈਨੂੰ ਉਹਦਾ ਕੋਈ ਫਿਕਰ ਨਹੀਂ ਹੈ, ਉਹ ਆਪਣਾ ਫਿਕਰ ਆਪ ਕਰੇ। ਜਿਹੜਾ ਮੇਰਾ ਨਾਮ ਜਪਦਾ ਉਸ ਨੂੰ ਪਾਲਣਾ ਮੇਰਾ ਫਰਜ਼ ਹੈ, ਪਰ ਮੈਂ ਤੁਹਾਡੀਆਂ ਤ੍ਰਿਸ਼ਨਾਵਾਂ ਦਾ ਜ਼ਿੰਮੇਵਾਰ ਨਹੀਂ ਹੈਗਾ। ਮੈਂ ਤੁਹਾਡੀਆਂ ਤ੍ਰਿਸ਼ਨਾਵਾਂ ਨਹੀਂ ਪੂਰੀਆਂ ਕਰਨੀ। ਹਾਂ, ਢੰਗ ਉਹਨੇ ਦੱਸਦਾ ਵੀ ਤੁਸੀਂ ਮੇਰਾ ਨਾਮ ਜਪੀ ਜਾਓ, ਜਪੀ ਜਾਓ, ਜਪੀ ਜਾਓ, ਜਾਂ ਤਾਂ ਤੁਹਾਡੀ ਇੱਛਾ ਪੂਰੀ ਹੋ ਜਾਏਗੀ ਜਾਂ ਮਨ 'ਚੋਂ ਇੱਛਾ ਹੀ ਖਤਮ ਹੋ ਜਾਏਗੀ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੇ। ਸੋ ਇਸ ਲਈ ਜਦ ਤ੍ਰਿਸ਼ਨਾ ਹੀ ਨਹੀਂ ਰਹੀ, ਇੱਛਾ ਹੀ ਨਹੀਂ ਰਹੀ, ਤਾਂ ਆਨੰਦ ਹੀ ਆਨੰਦ ਹੈ। ਜਿੰਨਾ ਚਿਰ ਇੱਛਾ ਉਹਨਾਂ ਚਿਰ ਬੇਆਨੰਦ ਹੈ। ਬਸ ਬੰਦਾ ਦਾਦਾ ਪੜਦਾਦਾ ਬਣ ਜਾਂਦਾ, ਫੇਰ ਵੀ ਉਹ ਇੱਛਾ ਕਰ ਰੱਖੀ ਰੱਖਦਾ ਅੱਗੇ ਪੁੱਤਰ ਹੋ ਗਿਆ, ਇਹਦੇ ਆ ਹੋ ਜਾਏ ਜੀ। ਜੋ ਪਹਿਲਾਂ ਆਪਣੇ ਪੁੱਤਰ ਦੀ ਚਿੰਤਾ ਸੀ, ਉਸ ਨੂੰ ਆਪਣੇ ਬੱਚੇ ਦੀ ਪਹਿਲਾਂ ਜੋ ਚਿੰਤਾ ਸੀ, ਅੱਗੇ ਜਿਹੜੇ ਉਹ ਬੱਚਿਆਂ ਦੇ ਅੱਗੇ ਬੱਚੇ ਹੋਏ ਉਹਨਾਂ ਦੀ ਵੀ ਚਿੰਤਾ ਕਰਦੇ ਮਰ ਮੁਰ ਜਾਂਦੇ ਬੁੱਢੇ। ਇਹ ਨਹੀਂ ਕਹਿੰਦੇ ਭਾਈ ਤੁਹਾਡੇ ਬੱਚੇ ਨੇ, ਤੁਸੀਂ ਇਹਨਾਂ ਨੂੰ ਪਾਲਣਾ ਪੋਸ਼ਣਾ ਤੁਸੀਂ ਕਰੋ। ਤੁਸੀਂ ਮੇਰੇ ਬੱਚੇ ਸੀ, ਮੈਂ ਤੁਹਾਨੂੰ ਪਾਲਤਾ, ਇਹ ਤੁਹਾਡੇ ਹੁਣ ਤੁਸੀਂ ਪਾਲੋ। ਪਰ ਨਹੀਂ, ਉਹ ਲੱਗੇ ਰਹਿੰਦੇ ਤੇ ਬੁੱਢੇ ਠਹਿਰੇ ਆਜਦੇ ਮੇਰੇ ਕੋਈ ਦਾਦੀ ਇਹਨਾਂ ਨਹੀਂ ਅੱਗੇ ਮੈਂ ਕਹਿੰਦਾ ਕਿੱਥੇ ਕਿਹੜਾ ਛੁੱਟਦਾ। ਇਹ ਤ੍ਰਿਸ਼ਨਾਵਾਂ ਨਹੀਂ ਬੰਦੇ ਦੇ ਅੰਦਰੋਂ ਮਰਦੀ। ਕਿਉਂ? ਜਿਨ੍ਹਾਂ ਦੀ ਜ਼ਿੰਮੇਵਾਰੀ ਉਹਨਾਂ 'ਤੇ ਨਹੀਂ ਸੁੱਟਦੇ, ਆਪ ਚੱਕੀ ਫਿਰਦੇ ਜ਼ਿੰਮੇਵਾਰੀ। ਜਦੋਂ ਅਸੀਂ ਆਪ ਜ਼ਿੰਮੇਵਾਰੀ ਚੱਕੀ ਫਿਰਾਂਗੇ ਫਿਰ ਚਿੰਤਾ ਤਾਂ ਰਹੇਗੀ। ਜ਼ਿੰਮੇਵਾਰੀ ਦੂਜਿਆਂ ਨੂੰ ਦਿਓ, ਸੰਭਵ ਭਾਈ। ਜਦੋਂ ਅਸੀਂ ਉਹਨਾਂ ਨੂੰ ਜ਼ਿੰਮੇਵਾਰੀ ਨਹੀਂ ਬਣਾਉਣਾ ਤਾਂ ਫਿਰ ਉਹਨਾਂ ਅਵਾਰਾਗਰਦੀ ਕਰਨੀ, ਹੋਰ ਕੀ ਕਰਨਾ ਹੈਗਾ। ਆਪਣੇ ਬੱਚਿਆਂ ਨੂੰ ਜ਼ਿੰਮੇਵਾਰ ਬਣਾਓ, ਉਹਨਾਂ ਨੂੰ ਜ਼ਿੰਮੇਵਾਰੀਆਂ ਦਿਓ। ਸੰਭਵ ਭਾਈ ਕਰੋ। ਸਾਰਾ ਕੁਛ ਆਪ ਨਾ ਜੱਫਾ ਮਾਰੋ, ਨਹੀਂ ਵਕਤ ਨੂੰ ਫੜੇ ਜਾਓਗੇ ਤੁਸੀਂ। ਤਾਂ ਗੁਰੂ ਮਹਾਰਾਜ ਕਹਿੰਦੇ ਜਾਸ ਜਪਤੇ ਤ੍ਰਿਸ਼ਨਾ ਬੁਝੇ, ਜਿਹਦਾ ਸਿਮਰਨ ਕਰਕੇ ਤ੍ਰਿਸ਼ਨਾਵਾਂ ਖਤਮ ਹੋ ਜਾਂਦੀਆਂ ਹਨ। ਜਾਸ ਜਪਤ ਹਰ ਦਰਗਾਹ ਸਿਜੇ, ਸਿਜੇ ਹੁੰਦਾ ਕਾਮਯਾਬ ਹੋਣਾ, ਸਫਲਾ ਹੋਣਾ। ਦਰਗਾਹ ਦੇ ਵਿੱਚ ਜਾ ਕੇ ਮੁਕਤ ਹੋ ਜਾਂਦਾ ਹੈ। ਸਿਮਰਨ ਕਰਕੇ ਫਿਰ ਮੁਕਤ ਹੋ ਜਾਂਦਾ। ਦਰਗਾਹ, ਇਹਨੂੰ ਦਰਗਾਹ ਨਹੀਂ ਪੜ੍ਹਨਾ। ਹਾਹੇ ਤੋਂ ਪਹਿਲਾ ਅੱਖਰ ਗੱਗਾ ਮੁਕਤਾ ਹੈ, ਫਾਰਸੀ ਦਾ ਸ਼ਬਦ ਹੈ, ਇਸ ਲਈ ਪੜ੍ਹਨਾ ਦਰਗਾਹ। ਜੇ ਹਿੰਦੀ ਦਾ ਹੁੰਦਾ ਜਾਂ ਪੰਜਾਬੀ ਦਾ ਹੁੰਦਾ ਫਿਰ ਆਪਾਂ ਬੋਲਦੇ ਦਰਗਾਹ। ਪਾਠੀਆਂ ਨੂੰ ਕਿਉਂਕਿ ਇਹਨਾਂ ਗੱਲਾਂ ਦਾ ਗਿਆਨ ਨਹੀਂ ਹੈ, ਇਸ ਲਈ 99.99% ਪਾਠੀ, ਕੀਰਤਨੀਏ, ਕਥਾਕਾਰ ਇਸ ਨੂੰ ਦਰਗਾਹ ਹੀ ਬੋਲਦੇ ਨੇ। ਇਹ ਬੋਲਦੇ ਕਿਉਂ? ਹੁਣ ਫਾਰਸੀ ਰਹੀ ਨਹੀਂ ਸਕੂਲਾਂ 'ਚ, ਕਾਲਜਾਂ 'ਚ। ਸਾਨੂੰ ਤਾਂ ਪੰਜਾਬੀ ਨਹੀਂ ਚੱਜ ਨਾਲ ਆਉਂਦੀ, ਹਿੰਦੀ, ਸੰਸਕ੍ਰਿਤ ਅਤੇ ਫਾਰਸੀ ਕਿੱਥੋਂ ਆਉਣੀ। ਗੁਰਬਾਣੀ ਦੇ ਅਰਥ ਅਸਲ ਉਹੀ ਕਰ ਸਕਦਾ ਜਿਹਨੂੰ ਪੰਜਾਬੀ 1, ਹਿੰਦੀ 2, ਸੰਸਕ੍ਰਿਤ 3, ਫਾਰਸੀ 4 ਘੱਟ ਤੋਂ ਘੱਟ ਜ਼ਬਾਨਾਂ ਆਉਂਦੀਆਂ ਹਨ, ਉਹ ਇਹਦੇ ਠੀਕ ਅਰਥ ਉਚਾਰਨ ਕਰ ਸਕਦਾ, ਨਹੀਂ ਤਾਂ ਨਹੀਂ ਉਚਾਰਨ ਠੀਕ ਹੁੰਦੇ। ਹੁਣ ਜਿਹਨਾਂ ਨੂੰ ਪੰਜਾਬੀ ਹੀ ਚੱਜ ਨਾਲ ਨਹੀਂ ਆਉਂਦੀ ਹੈ, ਉਹਨਾਂ ਨੂੰ ਹਿੰਦੀ ਅਤੇ ਸੰਸਕ੍ਰਿਤ ਅਤੇ ਫਾਰਸੀ ਕਿੱਥੋਂ ਆਉਣੀ ਹੈ। ਸਾਨੂੰ ਤਾਂ ਪੰਜਾਬੀ ਪੜ੍ਹਨੀ ਨਹੀਂ ਆਉਂਦੀ। BA ਨੇ, MA ਨੇ, ਕਥਾਕਾਰ ਨੇ, ਮੰਨੇ ਪਰਵੰਨੇ, ਜੱਜਨ ਸਿਆਰੀ ਹਾ ਲਸਣ ਤਾਂ ਹੀ ਨਹੀਂ ਪੜ੍ਹਨਾ। 95% ਪਾਠੀਆਂ ਨੂੰ, ਕੀਰਤਨੀਆਂ ਨੂੰ, ਕਥਾਕਾਰਾਂ ਨੂੰ ਜੱਜੇ ਨੂੰ ਸਿਆਰੀ ਹਾ ਹੀ ਨਹੀਂ ਬੋਲਣਾ ਆਉਂਦਾ। ਕਹਿਣਗੇ ਜੈ। ਇਹਦੇ ਮੈਂ ਸਾਨੂੰ ਪੰਜਾਬੀ ਨਹੀਂ ਪੜ੍ਹਨੀ ਆਉਂਦੀ। ਕਿੰਨੀ ਹੈਰਾਨੀ ਦੀ ਗੱਲ ਹੈ ਵੀ ਸਾਨੂੰ ਪੰਜਾਬ ਦੇ ਨੂੰ ਪੰਜਾਬੀ ਨਹੀਂ ਆਉਂਦੀ। ਜਿਵੇਂ ਅੰਗਰੇਜ਼ ਨੂੰ ਅੰਗਰੇਜ਼ੀ ਨਾ ਆਵੇ, ਫਿਰ ਕਾਹਦੇ ਅੰਗਰੇਜ਼ ਨੇ ਉਹ। ਸਾਨੂੰ ਤਾਂ ਪੰਜਾਬੀ ਨਹੀਂ ਆਉਂਦੀ। ਉੱਥੇ ਲਿਖੇ ਜੱਜੇ ਨੂੰ ਸਿਆਰੀ ਹਾ, ਜੇ ਤੱਤੇ ਨੂੰ ਸਿਆਰੀ ਹਾ, ਤੇ ਕੱਕੇ ਨੂੰ ਸਿਆਰੀ ਹਾ, ਕੇ ਕਹਿਣਗੇ ਜੈ, ਕੈ, ਤੈ। ਉੱਥੇ ਲਿਖਿਆ ਮਿਹਰਾਮਤ,
ਮਹਿਰਾਮਤ ਬੋਲਣ ਬਈ ਮਹਿਰ ਥੋੜ੍ਹਾ ਹੁੰਦੀ, ਮਿਹਰ ਹੁੰਦੀ ਹੈ। ਮੈਨੂੰ ਸਿਹਾਰੀ ਲੱਗੀ, ਦਿਲਾਵਾਂ ਥੋੜ੍ਹਾ ਲੱਗੀ ਹੋਈ ਨਹੀਂ। ਬਸ ਜਾਂ ਅੰਨੇ ਨੇ ਅਤੇ ਜਾਂ ਫਿਰ ਪੜ੍ਹਨੀ ਨਹੀਂ ਆਉਂਦੀ। ਜੇ ਪੜ੍ਹਨੀ ਨਹੀਂ ਆਉਂਦੀ, ਇਹ ਤਾਂ ਹੁਣ ਉਹਨਾਂ ਨੂੰ ਪਤਾ ਵੀ ਉਹ ਅੰਨੇ ਨੇ ਕਿ ਪੜ੍ਹਨਾ ਹੀ ਨਹੀਂ ਆਉਂਦਾ। ਸੋ ਮੈਂ ਸੋਚਦਾ ਜਿਹਨੂੰ ਪੰਜਾਬੀ ਨਹੀਂ ਪੜ੍ਹਨੀ ਆਉਂਦੀ, ਉਹਨੂੰ ਹਿੰਦੀ, ਸੰਸਕ੍ਰਿਤ ਅਤੇ ਫਾਰਸੀ ਕਿੱਥੋਂ ਆਉਣੀ ਅਤੇ ਕਿੱਥੋਂ ਉਹਨਾਂ ਦਾ ਪਾਠ ਸ਼ੁੱਧ ਹੋਣਾ। ਬਸ ਐਂ ਚਲਾਈ ਜਾਣਾ ਸਾਰੀ ਉਮਰ। ਹਾਂਜੀ, ਐਂ ਚੱਲੀ ਜਾਂਦਾ ਬਸ। ਅੱਗੋਂ ਸੁਣਨ ਵਾਲੇ ਵੀ ਉਹੋ ਜਿਹੇ ਨੇ, ਉਹਨਾਂ ਵਿਚਾਰਿਆਂ ਨੂੰ ਕਿਹੜਾ ਗਿਆਨ, ਅੱਗੋਂ ਉਹ ਵੀ ਉਹੋ ਜਿਹੇ, ਇਸ ਲਈ ਸਰੀ ਜਾਂਦੇ। ਕੁੱਟ ਖੱਟ ਸਕੂਲੋਂ ਖਾਧੀ ਕਿ ਹਿਸਾਬ ਅੰਗਰੇਜ਼ੀ ਆਈ ਨਾ, ਟੀਚਰਾਂ ਨੇ ਕੁੱਟਿਆ, ਹਟ ਗਏ। ਹੁਣ ਕੁਛ ਤਾਂ ਕਰਨ ਅੜਾ, ਚੱਲ ਪਾਠੀ ਵੀ ਬਣ ਜਾਓ। ਬਹੁਤੇ ਤਾਂ ਇਸ ਤਰ੍ਹਾਂ ਪਾਠੀ ਬਣੇ ਹੋਏ ਨੇ, ਨਾਰਾਜ਼ ਨਾ ਮੇਰੇ ਨਾਲ ਹੁਣ, ਬਹੁਤੀ ਇਸਰੀ ਨੇ ਵੀ ਚਲੋ ਹੋਰ ਨਹੀਂ ਕੋਈ ਆਹੀ ਆਉਂਦਾ, ਜਿਵੇਂ ਮਰਜ਼ੀ ਪੜ੍ਹ ਜਾਓ, ਕਿਹੜਾ ਅੱਗੇ ਪਤਾ ਕਿਸੇ ਨੂੰ। ਅੱਗੇ ਕੋਈ ਤਗੜਾ ਪਾਠੀ ਬੈਠਾ ਹੋ ਤਾਂ ਹੀ ਉਹਨੂੰ ਪਤਾ ਲੱਗੂ ਕਿ ਠੀਕ ਪੜ੍ਹ ਰਿਹਾ ਕਿ ਗਲਤ ਪੜ੍ਹ ਰਿਹਾ। ਸੋ ਮੈਨੂੰ ਬੜਾ ਅਫਸੋਸ ਹੈ, ਸਾਨੂੰ ਤਾਂ ਪੰਜਾਬੀ ਨਹੀਂ ਪੜ੍ਹਨੀ ਆਉਂਦੀ ਹੈ, ਬਾਕੀ ਤਾਂ ਅਸੀਂ ਕੀ ਰੰਗ ਲਾਵਾਂਗੇ। ਚਲੋ ਇਹ ਤਾਂ ਫਾਰਸੀ ਹੈ, ਮਤਲਬ ਦਰਗਾਹ ਚਲੋ ਨਹੀਂ ਆਉਂਦੀ। ਹਾਂਜੀ, ਜਿਹੜੀ ਪੰਜਾਬੀ ਜਿਹਨੂੰ ਸਿਆਰੀ, ਹੁਣ ਇਹਨਾਂ ਨੂੰ ਪੁੱਛੇ ਈਡਨ ਸਿਆਰੀ ਹਾ, ਉਹ ਸਾਰੇ ਕਹਿ ਦਿੰਦੇ ਨੇ ਇਹ। ਕਿਸੇ ਨੂੰ ਪੁੱਛ ਲਓ ਈਡਨ ਸਿਆਰੀ ਹਾ, ਇਹ ਜੱਜਰ ਸਿਆਰੀ ਹਾ ਕਿ ਜੈ, ਵੀ ਦੱਸੋ ਈਡਨ ਨੂੰ ਸਿਆਰੀ ਹਾ ਇਹ ਹੈ ਅਤੇ ਫਿਰ ਜੱਜਰ ਸਿਆਰੀ ਹਾ ਜੇ ਹੋਇਆ ਨਾ, ਜੈ ਕਿਵੇਂ ਹੋ ਗਿਆ ਵੇ ਨੋ। ਜਾਂ ਪੜ੍ਹਨਾ ਨਹੀਂ ਆਉਂਦਾ ਅਤੇ ਜਾਂ ਅੰਨੇ ਨੇ, ਇਹ ਤਾਂ ਹੁਣ ਮੈਨੂੰ ਪਤਾ ਨਹੀਂ ਹੈਗਾ। ਇੱਥੇ ਮੈਂ ਇੰਨਾ ਮੱਥਾ ਮਾਰ ਕੇ ਭੇਜਦਾ ਤਾਂ ਵੀ ਕਈ ਪੜ੍ਹ ਜਾਣਾ, ਤਾਂ ਵੀ ਕਈ ਪੜ੍ਹ ਜਾਣਾ। ਕਿਸੇ ਨੂੰ ਮੈਂ 7 ਦਿਨਾਂ ਲਈ ਕੱਢ ਦੇਣਾ, ਕਿਸੇ ਨੂੰ ਮੈਂ 10 ਦਿਨਾਂ ਲਈ ਕੱਢ, ਪੜ੍ਹ ਕਰ ਠੀਕ ਕਰਕੇ ਆਵੇ, ਫਿਰ ਆਈ ਤੇ 50 ਛੁੱਟੀ ਦੇ ਰਹੀ। ਵੀ ਜੋ ਤੁਹਾਨੂੰ ਇਹ ਦੇਖ ਕੇ ਨਹੀਂ ਪੜ੍ਹਨਾ ਆਉਂਦਾ। ਸੋ ਗੁਰੂ ਮਹਾਰਾਜ ਕਿਰਪਾ ਕਰਨ। ਧਰਮ ਅਨਪੜ੍ਹਾਂ ਦੇ ਹੱਥ 'ਚ ਆ ਗਿਆ ਹੈ। ਅਫਸੋਸ ਇਸ ਗੱਲ ਦਾ ਕਿ ਧਰਮ ਅਨਪੜ੍ਹਾਂ ਦੇ ਹੱਥ 'ਚ ਆ ਗਿਆ, ਅਤੇ ਵੱਡੀਆਂ ਵੱਡੀਆਂ ਧਾਰਮਿਕ ਪੋਸਟਾਂ ਪੋਲੀਟੀਕਲ ਬੰਦਿਆਂ ਦੇ ਹੱਥ 'ਚ ਆ ਗਏ ਨੇ। ਪੱਠਾ ਤੇ ਆਪੇ ਬਹਿ ਚੱਲੇ। ਵੱਡੀਆਂ ਵੱਡੀਆਂ ਧਾਰਮਿਕ ਪੋਸਟਾਂ ਪੋਲੀਟੀਕਲ ਬੰਦਿਆਂ ਦੇ ਹੱਥ 'ਚ ਆ ਗਈਆਂ ਨੇ, ਉਹੀ ਲਾਉਂਦੇ ਨੇ। ਵੱਡੀਆਂ ਵੱਡੀਆਂ ਪੋਸਟਾਂ ਪੋਲੀਟੀਕਲ ਬੰਦੇ ਹੀ ਉਹਨਾਂ ਲਾਉਂਦੇ ਨੇ, ਅਤੇ ਧਰਮ ਅਨਪੜ੍ਹਾਂ ਦੇ ਹੱਥ 'ਚ ਆ ਗਿਆ ਹੈ। ਦੇਖੋ ਗੁਰੂ ਮਹਾਰਾਜ ਕੀ ਕਰਦੇ। ਸੋ ਤੁਸੀਂ ਧਿਆਨ ਨਾਲ ਪੜ੍ਹਿਆ ਕਰੋ, ਪੜ੍ਹੇ ਲਿਖੇ ਹੋ ਤੁਸੀਂ, ਅਜਿਹੀ ਗਲਤੀ ਨਹੀਂ ਕਰਨੀ। 3 ਸ਼ਬਦ ਤਾਂ ਬੋਲਣ ਹੀ ਨਹੀਂ ਆਉਂਦੇ, ਜੇ ਕੇ ਤੇ ਇਹ ਤਾਂ 95% ਨੂੰ ਬੋਲਣ ਹੀ ਨਹੀਂ ਆਉਂਦੇ। ਮਿਹਰਾਮਤ ਇੱਕ, ਉਹ ਵੀ ਨਹੀਂ ਬੋਲਣਾ ਹੁੰਦਾ। ਮਿਹਰ ਤੋਂ ਬਣਿਆ ਹੋਇਆ ਮਿਹਰਾਮਤ, ਤਰਸ ਪਿਆ ਮਿਹਰਾਮਤ ਹੋਏ, ਮਿਹਰ ਤੋਂ ਬਣਿਆ, ਮਹਿਰਾਮਤ ਨਹੀਂ ਮਿਹਰਾਮਤ। ਤੁਸੀਂ ਧਿਆਨ ਨਾਲ ਪੜ੍ਹਨਾ, ਖਿਆਲ ਰੱਖਣਾ। ਸੋ ਗੁਰੂ ਮਹਾਰਾਜ ਕਹਿੰਦੇ ਜਾਸ ਜਪਤ ਹਰ ਦਰਗਾਹ ਸਿਜੇ। ਪਰਮਾਤਮਾ ਦਾ ਸਿਮਰਨ ਕਰ ਬੰਦਾ ਦਰਗਾਹ 'ਚ ਜਾ ਕੇ ਸੁਰਖਰੂ ਹੋ ਜਾਂਦਾ, ਮੁਕਤ ਹੋ ਜਾਂਦਾ ਹੈ। ਸੋ ਸਿਮਰਨ ਦੇ ਕਿੰਨੇ ਲਾਭ ਦੱਸੇ ਨੇ। ਜਾਸ ਜਪਤ ਵਸ ਆਵੇਂ ਪੰਚਾ। ਸਿਮਰਨ ਕਰਕੇ ਪੰਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਸ 'ਚ ਆ ਜਾਂਦੇ ਹਨ। ਜਾਸ ਜਪਤ ਹਿਰਦੈ ਅੰਮ੍ਰਿਤ ਸੰਚ। ਪਰਮਾਤਮਾ ਸਿਮਰਨ ਕਰਕੇ ਅੰਦਰ ਨਾਮ ਅੰਮ੍ਰਿਤ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ। ਜਾਸ ਜਪਤੇ ਤ੍ਰਿਸ਼ਨਾ ਬੁੱਝੇ। ਪਰਮਾਤਮਾ ਦਾ ਸਿਮਰਨ ਕਰ ਤ੍ਰਿਸ਼ਨਾਵਾਂ ਖਤਮ ਹੋ ਜਾਂਦੀਆਂ। ਜਾਸ ਜਪਤ ਹਰ ਦਰਗਾਹ ਸਿਜੇ। ਅਤੇ ਜਿਹਦਾ ਸਿਮਰਨ ਕਰਕੇ ਦਰਗਾਹ 'ਚ ਬੰਦਾ ਸੁਰਖਰੂ ਹੋ ਜਾਂਦਾ, ਮੁਕਤ ਹੋ ਜਾਂਦਾ। ਜਾਸ ਜਪਤ ਵਸ ਆਵੇਂ ਪੰਚਾ। 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 ਜਾਸ ਜਪਤ ਹਿਰਦੈ ਅੰਮ੍ਰਿਤ ਸੰਚਾ। ਜਾਸ ਜਪਤ ਹਿਰਦੈ ਅੰਮ੍ਰਿਤ ਸੰਚਾ। ਜਾਸ ਜਪਤ ਹਿਰਦੈ ਅੰਮ੍ਰਿਤ ਸੰਚਾ। ਜਾਸ ਜਪਤ ਜਾਸ ਜਪਤ ਏ ਤ੍ਰਿਸ਼ਨਾ ਬੁਝੈ। ਜਾਸ ਜਪਤ ਏ ਤ੍ਰਿਸ਼ਨਾ ਬੁਝੈ। ਜਾਸ ਜਪਤ ਏ ਤ੍ਰਿਸ਼ਨਾ ਬੁਝੈ। ਜਾਸ
ਜਾਸ ਜਪਤ ਹਰ ਦਰਗਾਹ ਸਿਜੈ, ਜਾਸ ਜਪਤ ਹਰ ਦਰਗਾਹ ਸਿਜੈ। ਜਾਸ ਜਪਤ ਹਰ ਦਰਗਾਹ ਸਿਜੈ, ਜਾਸ ਜਪਤ ਹਰ ਦਰਗਾਹ ਸਿਜੈ। ਅੱਗੇ ਕਹਿੰਦੇ ਜਾਸ ਜਪਤ ਕੋਟ ਮਿਟੈ ਅਪਰਾਧ। ਮਨੁੱਖ ਪਾਪ ਕਰਦੇ ਰਹਿੰਦਾ ਹੈ। ਪਰਮਾਤਮਾ ਦਾ ਸਿਮਰਨ ਕੇ ਇੱਕ ਦੋ ਪਾਪ ਨਹੀਂ, ਕਰੋੜਾਂ ਪਾਪ ਮਿਟ ਜਾਂਦੇ ਹਨ। ਪਾਪਾਂ ਕਾਰਨ ਹੀ ਦੁੱਖ ਹੈ ਸਾਡੀ ਜ਼ਿੰਦਗੀ 'ਚ। ਪੁੰਨਾਂ ਕਾਰਨ ਸੁੱਖ ਹੈ, ਪਾਪਾਂ ਕਾਰਨ ਦੁੱਖ ਹੈ। ਹੱਲ ਇੱਕੋ ਹੀ ਹੈ ਕਿ ਪਰਮਾਤਮਾ ਦੀ ਭਜਨ ਬੰਦਗੀ ਕਰੋ, ਉਹਦੇ ਨਾਲ ਜਿਹੜੇ ਪਾਪ ਕਰਮ ਨੇ ਉਹ ਕੱਟ ਜਾਣਗੇ। ਜਦੋਂ ਕੱਟ ਜਾਣਗੇ ਦੁੱਖ ਆਪਣੇ ਆਪ ਸਮਾਪਤ ਹੋ ਜਾਏਗਾ। ਜਾਸ ਜਪਤ ਕੋਟ ਮਿਟੈ ਅਪਰਾਧ। ਪਰਮਾਤਮਾ ਦਾ ਸਿਮਰਨ ਕਰਕੇ ਕਰੋੜਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ। ਜਾਸ ਜਪਤ ਹਰ ਹੋਵੇਂ ਸਾਧ। ਪਰਮਾਤਮਾ ਦਾ ਸਿਮਰਨ ਕਰਕੇ ਮਨੁੱਖ ਸਾਧ ਹੋ ਜਾਂਦੇ ਹਨ। ਸਿਮਰਨ ਕਰਨ ਵਾਲੇ ਨੂੰ ਸਾਧੂ ਕਹਿੰਦੇ ਨੇ। ਸਾਧ ਕਿਹਨੂੰ ਕਹਿੰਦੇ ਨੇ? ਜਿਸ ਨੇ ਆਪਣੀਆਂ ਇੰਦਰੀਆਂ ਨੂੰ ਸਾਧ ਲਿਆ, ਕੰਟਰੋਲ ਕਰ ਲਿਆ। ਜਿਹਦੀਆਂ ਇੰਦਰੀਆਂ ਉਸਦੇ ਕੰਟਰੋਲ 'ਚ ਹੋ ਗਈਆਂ ਨੇ ਉਹ ਹੈਗਾ ਸਾਧੂ, ਉਹਨੂੰ ਕਹਿੰਦੇ ਸਾਧੂ। ਗੇਰੂਏ ਰੰਗ ਦੇ ਕੱਪੜੇ ਪਾ ਲੈਣ ਨਾਲ ਕੋਈ ਸਾਧੂ ਨਹੀਂ ਹੁੰਦਾ। ਅਗਰ ਇਹ ਲੋਕ ਵਾਕਈ ਸਾਧੂ ਹੁੰਦੇ ਤਾਂ ਅੱਜ ਇਹਨਾਂ ਜੇਲ੍ਹ ਨਹੀਂ ਸੀ ਹੋਣੀ। ਜੇ ਸਾਧੂ ਵਾਕਈ ਹੁੰਦੇ ਜੇਲ੍ਹ ਨਹੀਂ ਸੀ ਹੋਣੀ। ਇੰਦਰੀਆਂ 'ਤੇ ਕੰਟਰੋਲ ਹੀ ਨਾ ਰਿਹਾ ਅਤੇ ਫਿਰ ਕੁਝ ਨਾ ਕੁਝ ਮਾੜਾ ਹੋ ਗਿਆ, ਨਤੀਜਾ ਜੇਲ੍ਹ ਨਿਕਲ ਗਈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਜਾਸ ਜਪਤ ਹਰ ਹੋਵੇਂ ਸਾਧ। ਹਰੀ ਦਾ ਸਿਮਰਨ ਕਰਕੇ ਮਨੁੱਖ ਸਾਧ ਹੋ ਜਾਂਦੇ ਨੇ। ਜਾਸ ਜਪਤ ਮਨ ਸੀਤਲ ਹੋਵੇ। ਪਰਮਾਤਮਾ ਦਾ ਸਿਮਰਨ ਕੇ ਮਨ ਸ਼ਾਂਤ ਹੋ ਜਾਂਦਾ ਹੈ। ਕਈ ਵਾਰ ਬੰਦਾ ਅਸ਼ਾਂਤ ਹੁੰਦਾ, ਫਿਰ ਭਾਈ ਪਾਠ ਕਰੋ, ਸਿਮਰਨ ਕਰੋ ਤਾਂ ਹੀ ਸ਼ਾਂਤੀ ਮਿਲੇਗੀ। ਕਿਉਂਕਿ ਉੱਧਰੋਂ ਧਿਆਨ ਹਟਾਉਣਾ ਜ਼ਰੂਰੀ ਹੈ। ਕਿਸੇ ਚੀਜ਼ ਨੂੰ ਵੀ ਘਟਾਉਣ ਲਈ ਉੱਧਰੋਂ ਧਿਆਨ ਹਟਾਉਣਾ ਜ਼ਰੂਰੀ ਹੈ। ਹੁਣ ਤੁਸੀਂ ਦੇਖੋ, ਤੁਹਾਡਾ ਕੋਈ ਰਿਸ਼ਤੇਦਾਰ ਬਿਮਾਰ ਹਸਪਤਾਲ 'ਚ, ਉਹ ਹਾਏ ਹਾਏ ਕਰ ਰਿਹਾ ਸੀ, ਤੁਸੀਂ ਚਲੇ ਗਏ। ਤੁਹਾਨੂੰ ਵੇਖ ਕੇ ਕੁਝ ਸਮੇਂ ਲਈ ਹਾਏ ਹਾਏ ਕਰਨੋਂ ਹਟ ਗਿਆ, ਤੁਸੀਂ ਉਹਦੇ ਨਾਲ ਗੱਲਾਂ ਬਾਤਾਂ ਲੱਗ ਗਏ ਕਰਨ। ਉਹਨੂੰ ਥੋੜ੍ਹਾ ਸੁੱਖ ਮਿਲੇਗਾ। ਹਾਲਾਂਕਿ ਤੁਸੀਂ ਉਹਨੂੰ ਕੋਈ ਦਵਾਈ ਨਹੀਂ ਦਿੱਤੀ ਜਾ ਕੇ, ਤੁਸੀਂ ਕੋਈ ਡਾਕਟਰ ਨਹੀਂ ਹੈਗੇ। ਤੁਸੀਂ ਗੱਲਾਂ ਬਾਤਾਂ ਕਰਕੇ ਉਹਦਾ ਧਿਆਨ ਬਿਮਾਰੀ ਵੱਲੋਂ ਕੁਝ ਸਮੇਂ ਲਈ ਹਟਾ ਦਿੱਤਾ ਹੈ। ਜਦੋਂ ਇਕੱਲਾ ਹੁੰਦਾ ਫਿਰ ਬਿਮਾਰੀ ਵੱਲ ਧਿਆਨ ਚਲੇ ਜਾਂਦਾ, ਫਿਰ ਦੁਖੀ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿਹੜੇ ਰੋ ਰਹੇ ਹੁੰਦੇ ਲੋਕ ਕਿਸੇ ਦੁੱਖ ਕਾਰਨ, ਕਿਉਂ ਉਹਨਾਂ ਕੋਲ ਲੋਕ ਜਾਂਦੇ ਨੇ? ਤਾਂ ਜੋ ਉਹਨਾਂ ਦਾ ਧਿਆਨ ਉਸ ਪਾਸੇ ਹਟ ਕੇ ਹੋਰ ਕਿਸੇ ਪਾਸੇ ਨੂੰ ਲੱਗੇ। ਗੱਲਾਂ ਬਾਤ ਉਹਦੇ ਨਾਲ ਕਰ ਧੀਰਜ ਉਸ ਨੂੰ ਦਿੰਦੇ ਹਨ। ਹੁਣ ਡਾਕਟਰ ਅੰਦਰ ਵੜਦਾ, ਪਹਿਲਾਂ ਮਰੀਜ਼ ਹਾਏ ਹਾਏ ਕਰ, ਜੋ ਹੀ ਡਾਕਟਰ ਕਮਰੇ 'ਚ ਵੜਦਾ ਮਰੀਜ਼ ਹਾਏ ਹਾਏ ਕਰਨੋਂ ਹਟ ਜਾਂਦਾ ਹੈ। ਉਹਦਾ ਧਿਆਨ ਹੋ ਗਿਆ ਕਿ ਹਾਂ ਹੁਣ ਮੈਂ ਠੀਕ ਹੋ ਜਾਵਾਂਗਾ, ਡਾਕਟਰ ਆ ਗਿਆ, ਹੁਣ ਨਹੀਂ ਮੈਂ ਮਰਦਾ। ਹਾਲਾਂਕਿ ਡਾਕਟਰਾਂ 'ਚ ਦਵਾਈ ਨਹੀਂ ਦਿੱਤੀ। ਇਸ ਤਰ੍ਹਾਂ ਜਿਹੜਾ ਸਿਮਰਨ ਕਰਨ ਨਾਲ ਫਿਰ ਜਿਹੜਾ ਸਾਡਾ ਧਿਆਨ ਉੱਧਰੋਂ ਹਟ ਕੇ ਪਰਮਾਤਮਾ ਵੱਲ ਨੂੰ ਹੋ ਜਾਂਦਾ ਹੈ। ਇਸ ਲਈ ਮਨ ਸੀਤਲ ਹੋ ਜਾਂਦਾ, ਸ਼ਾਂਤ ਹੋ ਜਾਂਦਾ। ਜਾਸ ਜਪਤ ਮਲ ਸਗਲੀ ਖੋਵੈ। ਸਿਮਰਨ ਕਰਕੇ ਸਾਰੀ ਮਨ ਦੀ ਮੈਲ ਖਤਮ ਹੋ ਜਾਂਦੀ ਹੈ। ਹੁਣ ਮਨ ਨੂੰ ਮੈਲ ਲੱਗ ਗਈ ਹੈ, ਕਾਹਦੀ? ਭੈੜੇ ਵਿਚਾਰਾਂ ਦੀ। ਜਦੋਂ ਵੀ ਕੋਈ ਮਾੜਾ ਵਿਚਾਰ ਹੁੰਦਾ ਮਨ ਨੂੰ ਮੈਲਾ ਕਰ ਜਾਂਦਾ। ਭਾਵੇਂ ਅਸੀਂ ਉਹ ਕਰਮ ਨਾ ਕਰੀਏ, ਮੰਨ ਲਓ ਮੇਰੇ ਮਨ 'ਚ ਚੋਰੀ ਕਰਨ ਦਾ ਖਿਆਲ ਆ ਰਿਹਾ, ਭਾਵੇਂ ਮੈਂ ਚੋਰੀ ਨਹੀਂ ਕੀਤੀ, ਠੀਕ ਹੈ, ਪਰ ਜਿਹੜਾ ਖਿਆਲ ਉਸਨੇ ਮੇਰਾ ਮਨ ਮੈਲਾ ਕਰਤਾ ਹੈ। ਖਿਆਲ ਨਾਲ ਲੋਕਾਂ ਦਾ ਕੁਛ ਨਹੀਂ ਵਿਗੜਿਆ। ਲੋਕਾਂ ਦਾ ਉਦੋਂ ਵਿਗੜੇਗਾ ਜਦੋਂ ਮੈਂ ਚੋਰੀ ਕਰਾਂਗਾ, ਜਦੋਂ ਮੈਂ ਕਰਮ ਕਰਾਂਗਾ। ਕਰਮ ਨਹੀਂ ਮੈਂ ਕੀਤਾ, ਸਿਰਫ ਚੋਰੀ ਦਾ ਖਿਆਲ ਲੈਂਦਾ ਹੈ, ਮੇਰਾ ਆਪਣਾ ਮਨ ਮੈਲਾ ਹੋ ਗਿਆ ਹੈ। ਮਾੜਾ ਖਿਆਲ ਲਿਆਉਣ ਨਾਲ ਹੀ ਮਨ ਮੈਲਾ ਹੋ ਜਾਂਦਾ। ਫਿਰ ਸਿਮਰਨ ਕਰਦੇ ਰਹੋ, ਫਿਰ ਉਹਨੂੰ ਸਾਫ਼ ਕਰਦੇ ਰਹੋ। ਤਾਂ ਕਹਿੰਦੇ ਨੇ ਜਾਸ ਜਪਤ ਮਲ ਸਗਲੀ ਖੋਵੈ। ਸਿਮਰਨ ਕਰਨਾ ਸਾਰੀ ਮੈਲ ਖਤਮ ਹੋ ਜਾਂਦੀ ਹੈ।
ਕਿਉਂਕਿ ਜਿੰਨਾ ਚਿਰ ਮੈਲ ਨਹੀਂ ਖਤਮ ਹੁੰਦੀ ਉਹਨਾਂ ਚਿਰ ਪਰਮਾਤਮਾ ਨਹੀਂ ਮਿਲਦਾ। ਪਰਮਾਤਮਾ ਮੈਲੀ ਥਾਂ 'ਤੇ ਪ੍ਰਗਟ ਹੀ ਨਹੀਂ ਹੁੰਦਾ। ਉਹ ਮੈਲੀ ਥਾਂ 'ਤੇ ਨਹੀਂ, ਉਹ ਤਾਂ ਕਹਿੰਦਾ ਤੁਹਾਡਾ ਹਿਰਦਾ ਸ਼ੁੱਧ ਪਵਿੱਤਰ ਹੋਣਾ ਚਾਹੀਦਾ ਹੈ। ਕਬੀਰ ਮਨ ਨਿਰਮਲ ਭਇਆ, ਜੈਸੇ ਗੰਗਾ ਨੀਰ ਪਾਛੈ ਲਾਗੋ ਹਰ ਫਿਰੈ, ਕਹਿਤ ਕਬੀਰ ਕਬੀਰ। ਕਬੀਰ ਸਾਹਿਬ ਦੇ ਵੇਲੇ ਗੰਗਾ ਦਾ ਪਾਣੀ ਸਾਫ਼ ਹੁੰਦਾ ਸੀ, ਹੁਣ ਤਾਂ ਨਹੀਂ ਲਾਗੂ ਹੋ ਸਕਦੀ ਗੱਲ। ਹੁਣ ਤਾਂ ਆਰਾਮ ਤੇਰੀ ਗੰਗਾ ਮੈਲੀ ਹੋ ਗਈ ਹੈ। ਦੁਨੀਆ ਭਰ ਦਾ ਲੋਕ ਗੰਦ ਉਹਦੇ ਵਿੱਚ ਸੁੱਟ ਦਿੰਦੇ ਹਨ, ਪਰ ਕਬੀਰ ਸਾਹਿਬ ਵਾਲੇ ਗੰਗਾ ਜਿਹੜੀ ਸੀ ਸਾਫ਼ ਹੁੰਦੀ ਸੀ। ਤਾਂ ਕਹਿੰਦੇ ਹੇ ਕਬੀਰ, ਜਦੋਂ ਤੇਰਾ ਮਨ ਗੰਗਾ ਦੇ ਪਾਣੀ ਵਾਂਗ ਸਾਫ਼ ਹੋ ਗਿਆ ਨਾ, ਪਰਮਾਤਮਾ ਨੇ ਤੈਨੂੰ ਵਾਜਾ ਮਾਰਨੀ, ਕਬੀਰ ਠਹਿਰ ਜਾ, ਮੈਂ ਆ ਰਿਹਾ, ਮੈਂ ਆ ਰਿਹਾ ਹਾਂ। ਬਸ ਇਹ ਮਨ ਹੀ ਸਾਫ਼ ਕਰਨਾ, ਨਾਮ ਜਪੀ ਜਾਣਾ, ਜਪੀ ਜਾਣਾ, ਜਪੀ ਜਾਣਾ, ਜਪੀ ਜਾਣਾ, ਇੱਕ ਦਿਨ ਮਨ ਸਾਫ਼ ਹੋ ਜਾਏਗਾ। ਸੋ ਤਾਂ ਕਹਿੰਦੇ ਗੁਰੂ ਮਹਾਰਾਜ, ਜਾਸ ਜਪਤ ਮਲ ਸਗਲੀ ਖੋਵੈ। ਕਹਿੰਦੇ ਪਰਮਾਤਮਾ ਦਾ ਸਿਮਰਨ ਕਰੋੜਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ। ਸਿਮਰਨ ਕਰਨ ਵਾਲੇ ਲੋਕ ਸਮਾਂ ਪਾ ਕੇ ਸਾਧ ਹੋ ਜਾਂਦੇ ਹਨ। ਸਿਮਰਨ ਕਰਨਾ ਮਨ ਸ਼ਾਂਤ ਹੋ ਜਾਂਦਾ ਹੈ। ਸਿਮਰਨ ਕਰਨਾ ਮਨ ਦੀ ਸਾਰੀ ਮੈਲ ਲੈ ਜਾਂਦੀ ਹੈ। ਜਾਸ ਜਪਤ ਰਤਨ ਹਿਰ ਮਿਲੈ, ਹਰ ਮਿਲੈ। ਕਹਿੰਦੇ ਪਰਮਾਤਮਾ ਦਾ ਸਿਮਰਨ ਕਰਕੇ ਪਰਮਾਤਮਾ ਜੋ ਰਤਨ ਅਤੀ ਕੀਮਤੀ ਹੈ, ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਬਹੁਰ ਨਾ ਛੋੜੈ ਹਰ ਸੰਗ ਹਿਲੈ। ਫਿਰ ਉਹ ਇਸ ਪਰਮਾਤਮਾ ਨੂੰ ਛੱਡਦਾ ਨਹੀਂ ਹੈ, ਸਗੋਂ ਉਹਦੇ ਨਾਲ ਰਹਿਣਾ ਇਹ ਗਿੱਝ ਜਾਂਦੇ, ਹਿਲ ਜਾਣਾ। ਜਿਵੇਂ ਤੁਹਾਡੇ ਘਰ ਕੋਈ ਕੁੱਤਾ ਆ ਕੇ ਗਲੀ ਜਾ, ਤੁਸੀਂ ਨੇ ਇੱਕ ਰੋਟੀ ਪਾਤੀ ਹੈ, ਅਗਲੇ ਦਿਨ ਉਸੇ ਟਾਈਮ 'ਤੇ ਆਵੇਗਾ, ਉਹਨੂੰ ਟਾਈਮ ਦਾ ਬੜਾ ਪਤਾ ਹੁੰਦਾ। ਅਗਲੇ ਦਿਨ ਤੁਸੀਂ ਉਹਨੂੰ ਫਿਰ ਰੋਟੀ ਪਾਤੀ ਹੈ, ਅਗਲੇ ਦਿਨ ਫਿਰ ਆਵੇਗਾ। 5-7 ਦਿਨ ਰੋਟੀ ਪਾਓ, ਆਪੇ ਰੋਜ਼ ਆਉਣ ਲੱਗ ਜਾਏਗਾ, ਤੁਹਾਡੇ ਬੂਹੇ 'ਤੇ ਬੈਠਾ ਰਹੇ। ਹਿਲ ਗਿਆ ਉਹ ਹੈਬਚੂਲ ਹੋ ਗਿਆ, ਉਹ ਗਿੱਝ ਗਿਆ ਹੈ। ਇਸ ਤਰ੍ਹਾਂ ਸਿਮਰਨ ਕਰਦਿਆਂ ਕਰ ਸਾਡਾ ਮਨ ਵੀ ਪਰਮਾਤਮਾ ਨਾਲ ਹਿਲ ਜਾਂਦਾ ਹੈ। ਫਿਰ ਰੋਜ਼ ਅਸੀਂ ਸਿਮਰਨ ਕਰਨ ਲੱਗ ਜਾਂਦੇ ਹਾਂ। ਜਾ ਜਪਤ ਕਈ ਬੈਕੁੰਠ ਵਾਸ, ਬੈਕੁੰਠ ਸਵਰਗ ਨੂੰ ਕਹਿੰਦੇ ਨੇ। ਸਿਮਰਨ ਕਰਨ ਨਾਲ ਕਈ ਸਵਰਗਾਂ ਦਾ ਵਾਸਾ ਮਿਲ ਜਾਂਦਾ ਹੈ। ਇੱਕ ਸਵਰਗ ਦਾ ਨਹੀਂ, ਕਈ ਸਵਰਗਾਂ 'ਚ ਵਾਸਾ ਮਿਲ ਜਾਂਦਾ ਹੈ। ਜਾਸ ਜਪਤ ਸੁਖ ਸਹਿਜ ਨਿਵਾਸ। ਉਹਦਾ ਸਿਮਰਨ ਕਰਕੇ ਸੁਖ ਅਤੇ ਸਹਿਜ ਦੀ ਅਵਸਥਾ ਪ੍ਰਾਪਤ ਹੋ ਜਾਂਦੀ। ਸਹਿਜ ਅਵਸਥਾ 'ਚ ਨਿਵਾਸ ਹੋ ਜਾਂਦਾ ਹੈ। ਬੰਦਾ ਅਡੋਲ ਅਵਸਥਾ 'ਚ ਰਹਿੰਦਾ ਹੈ। ਦੁੱਖ ਆਓ ਸੁੱਖ ਆਓ, ਇੱਕ ਸਾਰ ਉਹਦੀ ਬਿਰਤੀ ਰਹਿੰਦੀ, ਉਹਨੂੰ ਸਹਿਜ ਅਵਸਥਾ ਕਹਿੰਦੇ ਨੇ। ਜਾਸ ਜਪਤੇ ਅਗਨ ਨਾ ਪੋਹਤ। ਅਗਨ ਅੱਗ ਨੂੰ ਕਹਿੰਦੇ, ਕਾਹਦੀ ਅੱਗ? ਲੱਕੜੀਆਂ ਵਾਲੀ ਨਹੀਂ, ਤ੍ਰਿਸ਼ਨਾਵਾਂ ਦੀ ਅੱਗ। ਪੋਹਤ ਹੁੰਦਾ ਛੁਣ, ਪ੍ਰਭਾਵਿਤ ਕਰਨਾ। ਪਰਮਾਤਮਾ ਦਾ ਸਿਮਰਨ ਕਰਨ ਨਾਲ ਜੇ ਤ੍ਰਿਸ਼ਨਾਵਾਂ ਦੀ ਅੱਗ ਹੈ ਨਾ, ਇਹ ਮਨੁੱਖ 'ਤੇ ਕੋਈ ਅਸਰ ਨਹੀਂ ਕਰਦੇ। ਭਾਵ ਤ੍ਰਿਸ਼ਨਾਵਾਂ ਦਾ ਮਨੁੱਖ 'ਤੇ ਕੋਈ ਅਸਰ ਨਹੀਂ ਹੁੰਦਾ। ਉਹਦੇ ਅੰਦਰ ਤ੍ਰਿਸ਼ਨਾ ਰਹਿੰਦੀ ਹੀ ਨਹੀਂ ਹੈ। ਜਿਹੜੇ ਸਾਧੂ ਮਹਾਤਮਾ ਹੁੰਦੇ, ਵਾਕਈ ਸਾਧੂ ਮਹਾਤਮਾ ਹੁੰਦੇ, ਉਹਨੂੰ ਸਿਰਫ ਲੋੜਾਂ 'ਤੇ ਰਹਿੰਦੇ ਨੇ। ਉਹਨਾਂ ਦੀ ਇੱਛਾ ਕੋਈ ਹੁੰਦੀ ਨਹੀਂ ਹੈ ਵੀ ਸਾਡੇ ਕੋਲ ਆਹ ਵੀ ਹੋਵੇ, ਸਾਡੇ ਕੋਲ ਆਹ ਵੀ ਹੋਵੇ। ਹੁਣ ਤਾਂ ਬੜੀਆਂ ਇੱਛਾਵਾਂ ਸਾਧੂ ਮਹਾਤਮਾ ਜੀ ਮੈਂ ਦੇਖੀਆਂ ਹਨ, ਆਹ ਵੀ ਹੋਵੇ, ਆਹ ਵੀ ਹੋਵੇ, ਆਹ ਵੀ ਹੋਵੇ, ਆਹ ਵੀ ਹੋਵੇ। ਮੇਰਾ ਡੇਰਾ ਦੂਜੇ ਨਾਲ ਵੱਡਾ ਹੋਵੇ, ਕੋਈ ਕਹਿੰਦਾ ਉਦੋਂ ਵੀ ਮੇਰਾ ਵੱਡਾ ਹੋਵੇ। ਘਰ ਦੇ ਜੀਆਂ ਨੂੰ ਛੱਡ ਕੇ 5-5 700 ਚੇਲੇ ਬਣਾ ਰਹੇ ਨੇ। ਭਜਨ ਬੰਦਗੀ ਕਿੱਥੇ ਹੋਏਗੀ? ਉਹਨਾਂ ਦਾ ਫਿਕਰ ਲੱਗਾ ਰਹਿੰਦਾ। ਇੱਕ ਵਾਰੀ ਇੱਕ ਮਹਾਤਮਾ ਬਿਮਾਰ ਹੋ ਗਏ। ਡਾਕਟਰ ਕਹਿੰਦੇ ਤੁਸੀਂ 2 ਮਹੀਨੇ ਕੀਰਤਨ ਨਹੀਂ ਕਰਨਾ। ਮੈਂ ਉਹਨਾਂ ਦਾ ਹਾਲ ਚਾਲ ਪਤਾ ਕਰਨ ਲੱਗਾ, ਹੱਸਣ ਲੱਗ ਗਏ। ਕਹਿੰਦੇ ਭਿੰਡਰ ਸਾਹਿਬ, ਡਾਕਟਰ ਕਹਿੰਦੇ 2 ਮਹੀਨੇ ਕੀਰਤਨ ਨਹੀਂ ਕਰਨਾ। ਇਹਨਾਂ ਨਹੀਂ ਪਤਾ 20 ਲੱਖ ਤੇ ਮੈਂ ਪਹਿਲੇ ਦੁਕਾਨਦਾਰਾਂ ਦਾ ਦੇਣਾ ਹੈ। ਜੇ ਮੈਂ ਕੀਰਤਨ ਨਾ ਕੀਤਾ, ਆਮਦਨ ਹੋਣੀ ਕੋਈ ਨਹੀਂ, ਅਤੇ ਲੋਕਾਂ ਨੇ ਮੇਰਾ ਹਾਲ ਚਾਲ ਪਤਾ ਕਰ ਲਿਆ, ਇੱਥੇ ਆਈ ਜਾਣਾ ਅਤੇ ਲੰਗਰ ਦਾ ਖਰਚਾ ਹੋਈ ਜਾਣਾ।
ਉਹ ਕਿੱਥੋਂ ਨਿਕਲੇਗਾ, ਉਹ ਕਿੱਥੋਂ ਨਿਕਲੇਗਾ। ਇਸ ਲਈ ਮੈਨੂੰ ਕੀਰਤਨ ਕਰਨਾ ਹੀ ਪੈਣਾ। ਮੈਂ ਦੇ ਸੋਚਿਆ ਹੈ ਨਾ ਵਕਤ ਨੂੰ ਪੜੇਗਾ। ਇਸ ਤਰ੍ਹਾਂ ਬੰਦਾ ਇੱਕ ਵਾਰੀ ਵਕਤ ਨੂੰ ਪੜ੍ਹੇ, ਉਹਦੇ ਵਿੱਚੋਂ ਨਿਕਲਣਾ ਫਿਰ ਬੜਾ ਔਖਾ ਹੈ। ਇਹ ਵੀ ਇੱਕ ਜਾਲ ਹੁੰਦਾ ਹੈ, ਭਾਵੇਂ ਸੋਝੀ ਆ ਜਾਏ ਫਿਰ ਨਿਕਲਣਾ ਬਹੁਤ ਔਖਾ ਹੁੰਦਾ। ਸੋ ਇਸ ਲਈ ਇੱਕ ਮਹਾਤਮਾ ਸਨ, ਉਹਨਾਂ ਨੇ ਝੌਂਪੜੀ ਪਾ ਲਈ ਕੰਢੇ 'ਤੇ, ਰਾਹ ਦੇ ਮੇਨ ਸੜਕ ਦੇ ਕੰਢੇ 'ਤੇ। ਹੌਲੀ ਹੌਲੀ ਉਹਨਾਂ ਨੇ ਲੰਗਰ ਲਾਤਾ, ਸੰਗਤ ਆਉਣ ਲੱਗ ਪਈ ਹੈ, ਟਰੱਕਾਂ ਵਾਲੇ ਰੁਕਣ ਲੱਗ ਪਏ ਨੇ। ਉਹਨਾਂ ਮੰਜੇ ਇਕੱਠੇ ਕਰ ਲਏ, ਕਾਫੀ ਸਾਰੇ ਮੰਜੇ ਹੋ ਗਏ ਜਿੱਥੇ ਰਾਤ ਨੂੰ ਟਰੱਕ ਵਾਲੇ ਸੌਂਦੇ ਸਨ। ਕਿਸੇ ਨੇ ਸ਼ਿਕਾਇਤ ਕਰਤੀ ਕਿ ਇਸ ਸਾਧ ਕੋਲੇ ਲੁੱਚੇ ਲਫੰਗੇ ਰਾਤ ਨੂੰ ਆ ਕੇ ਰਹਿੰਦੇ ਨੇ ਅਤੇ ਫਿਰ ਰਾਤ ਨੂੰ ਸਾਡੇ ਏਰੀਏ ਚੋਰੀਆਂ ਹੁੰਦੀਆਂ ਨੇ। ਹੁਣ ਉੱਤੋਂ ਵੱਡੇ ਅਫਸਰ ਦਾ ਥਾਣੇਦਾਰ ਨੂੰ ਹੁਕਮ ਹੋ ਗਿਆ। ਥਾਣੇਦਾਰ ਆਇਆ, ਕਹਿੰਦੇ ਮਹਾਤਮਾ ਜੀ ਤੁਹਾਡੇ ਵਿਰੁੱਧ ਸ਼ਿਕਾਇਤ ਹੋ ਗਈ ਹੈ ਕਿ ਤੁਹਾਡੇ ਇੱਥੇ ਲੁੱਚੇ ਲਫੰਗੇ ਆ ਕੇ ਰਹਿੰਦੇ ਨੇ ਅਤੇ ਆਲੇ ਦੁਆਲੇ ਚੋਰੀਆਂ ਹੋਣ ਲੱਗ ਪਈਆਂ ਨੇ, ਵੀ ਕਿਰਪਾ ਕਰਕੇ ਤੁਸੀਂ ਇਹ ਥਾਂ ਛੱਡ ਜਾਓ, ਕਿਤੇ ਹੋਰ ਚਲੇ ਜਾਓ, ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ। ਮੈਂ ਟਰੱਕ ਮੰਗਾ ਲੈਣਾ, ਉੱਥੇ ਤੁਹਾਡੇ ਸਾਰੇ ਮੰਜੇ ਮੁੰਜੇ ਲੱਦ ਕੇ ਉੱਥੇ ਭੇਜ ਨੇ। ਕਹਿੰਦੇ ਥਾਣੇਦਾਰ ਸਾਹਿਬ ਬੈਠੋ, ਬਸ 2 ਮਿੰਟ ਬੈਠੋ। ਆਪਣੇ ਚੇਲੇ ਸੱਦੇ, ਕਹਿੰਦਾ ਸਾਰੇ ਮੰਜੇ ਬਿਸਤਰੇ ਦਾ ਢੇਰ ਲਾ ਦਿਓ। ਲਾਤਾ ਢੇਰ। ਥਾਣੇਦਾਰ ਸੋਚਿਆ ਵੀ ਇਹ ਹੁਣ ਜਾਣਗੇ ਟਰੱਕ 'ਚ ਲੱਦ ਕੇ, ਵੀ ਚਲੋ ਮੇਰਾ ਖਹਿੜਾ ਛੁੱਟ ਜਾਏਗਾ। ਮਹਾਂਪੁਰਖ ਕਹਿੰਦੇ ਮਾਚਿਸ ਲਿਆਂਦੀ, ਸਭ ਕਾਸੇ ਨੂੰ ਅੱਗ ਲਾਤੀ, ਝੌਂਪੜੀਆਂ ਨੂੰ ਵੀ ਲਾਤੀ। ਆਪਣਾ ਕਸ਼ਹਿਰਾ ਪਰਨਾ ਚੁੱਕੇ, ਲਓ ਕਹਿੰਦੇ ਥਾਣੇਦਾਰ ਸਾਹਿਬ ਅਸੀਂ ਚੱਲੇ ਹਾਂ, ਅੱਗੇ ਰੋਟੀ ਮਿਲ ਜਾਏਗੀ ਤੇ ਕਿਹੜੀ ਗੱਲ, ਆਪਾਂ ਜ਼ਰੂਰੀ ਇੱਥੇ ਰਹਿਣਾ। ਕਹਿੰਦੇ ਥਾਣੇਦਾਰ ਵੀ ਹੱਕਾ ਬੱਕਾ ਰਹਿ ਗਏ, ਇਹੋ ਜਿਹੇ ਵੀ ਸਾਧ ਹੁੰਦੇ ਨੇ। ਇਹ ਹੈ, ਕੋਈ ਮੋਹ ਨਹੀਂ ਕਿਸੇ ਨਾਲ। ਅੱਜ ਕਿਸੇ ਸਾਧ ਨੂੰ ਕੱਢ ਕੇ ਦੇਖੋ, ਸਰਕਾਰੀ ਥਾਵਾਂ ਦੱਬੀ ਜਾਂਦੇ ਕਈ ਸਾਧਾਂ ਨੇ, ਸਰਕਾਰੀ ਥਾਵਾਂ ਦੱਬੀ ਹੁੰਦੀਆਂ ਨੇ। ਫਿਰ ਸਰਕਾਰ ਕਹਿੰਦੀ ਛੱਡੋ, ਫਿਰ ਕਿੰਨੀ ਦੇਰ ਮੁਕੱਦਮੇ ਚੱਲਦੇ ਰਹਿੰਦੇ ਨੇ। ਹਾਂਜੀ, ਕੋਈ ਸਟੇ ਲੈ ਆਉਂਦਾ, ਕੋਈ ਕੁਛ ਲੈ ਆਉਂਦਾ ਹੈਗਾ। ਹਾਂਜੀ, ਉਹਨੇ ਚੱਕਿਆ ਆਪਣੀ ਟਿੰਡ ਫੋੜੀ, ਅੱਗੇ ਚਲੇ ਗਏ ਜੀ। ਜਿੱਥੇ ਜਾਏ ਗਏ ਉੱਥੇ ਨਲਕਾ ਲਾ ਲਿਆ। ਉਹ ਜੋ ਨਲਕਾ ਲਾ ਲਿਆ ਹੈ ਉਹ ਪਾਣੀ ਖਾਰਾ, ਪਾਣੀ ਖਾਰਾ। ਸੇਵਕ ਕਹਿੰਦੇ ਮਹਾਰਾਜ ਜੀ ਦਾ ਪਾਣੀ ਤੇ ਖਾਰਾ ਹੈ। ਅੱਛਾ, ਉਹਨਾਂ ਪਤਾ ਨਹੀਂ ਕੀ ਕੀਤਾ। ਕਹਿੰਦੇ ਹੁਣ ਗੇੜ, ਉਹ ਮਿੱਠਾ ਪਾਣੀ ਜਿਵੇਂ ਸ਼ਰਬਤ ਹੁੰਦਾ ਐਂ ਚੀਨੀ ਕੋਲੇ ਐਂ ਹੋਣ ਲੱਗ ਪਿਆ ਹੈ। ਹੌਲੀ ਹੌਲੀ ਲੋਕਾਂ ਨੂੰ ਪਜੇ ਰਾਹ ਗਏ ਵੇਚਦਾ, ਇਸ ਨਲਕੇ ਤਾਂ ਮਿੱਠਾ ਪਾਣੀ ਨਹੀਂ ਸ਼ਰਬਤ ਨਿਕਲਦਾ ਹੈ, ਉਹ ਤਾਂ ਸ਼ਰਬਤ ਵੀ ਲੋਕ ਆ ਜਾ ਕਰਨ। ਬੜੇ ਬੜੇ ਸਾਧ ਹੁੰਦੇ ਨੇ, ਕੋਈ ਮੋਹ ਨਹੀਂ ਹੈਗਾ। ਠੀਕ ਹੈ, ਆਪਣੇ ਭਜਨ ਬੰਦਗੀ ਕਰਨੀ ਹੈ, ਸੇਵਾ ਕਰਨੀ ਹੈ। ਸੋ ਮੋਹ ਤੋਂ ਉੱਪਰ ਉੱਠਣਾ ਹੈ। ਪਰਮਾਤਮਾ ਦੀ ਪ੍ਰਾਪਤੀ 'ਚ ਮੋਹ ਜਿਹੜਾ ਬਹੁਤ ਵੱਡੀ ਰੁਕਾਵਟ ਪੈਦਾ ਕਰ ਦਿੰਦਾ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਜਾਸ ਜਪਤੇ ਅਗਨ ਨਾ ਪੋਹਤ। ਇਹੀ ਸੀ ਪਰਮਾਤਮਾ ਦਾ ਸਿਮਰਨ ਕਰਨਾ, ਤ੍ਰਿਸ਼ਨਾਵਾਂ ਦੀ ਅੱਗ ਨੇੜੇ ਨਹੀਂ ਲੱਗਦੀ ਕਦੇ। ਜਾਸ ਜਪਤੇ ਕਾਲ ਨਾ ਜੋਹਤ। ਜੋ ਹੁੰਦਾ ਦੇਖਣਾ, ਮਾਰਨ ਲਈ ਦੇਖਣਾ। ਕਾਲ ਭਾਵ ਜਮਦੂਤ, ਜਮ ਕਾਲ। ਪਰਮਾਤਮਾ ਦਾ ਸਿਮਰਨ ਕਰਨ ਨਾਲ ਜਿਹੜੇ ਜਮ ਹੈ ਉਹ ਕਦੇ ਮਾਰ ਹੀ ਨਹੀਂ ਸਕਦੇ, ਉਹਦੇ ਨੂੰ ਵੇਖ ਹੀ ਨਹੀਂ ਸਕਦੇ। ਕਿਉਂਕਿ ਪਰਮਾਤਮਾ ਦਾ ਕੋਈ ਜਿਹੜਾ ਮੇਰਾ ਨਾਮ ਜਪਦਾ ਹੈ ਜਮਦੂਤੋ, ਤੁਸੀਂ ਉਹਦੇ ਕੋਲ ਜਾਣਾ ਹੀ ਨਹੀਂ ਹੈਗਾ। ਇਸ ਲਈ ਉਹ ਵੇਖ ਹੀ ਨਹੀਂ ਸਕਦੇ ਉਹਦੇ ਵੱਲ। ਜਾ ਜਪਤ ਤੇਰਾ ਨਿਰਮਲ ਮੱਥ। ਪਰਮਾਤਮਾ ਦਾ ਸਿਮਰਨ ਕਰਕੇ ਹੇ ਮਨੁੱਖ ਤੇਰਾ ਮੁੱਖ ਉਜਲ ਹੋ ਜਾਏਗਾ। ਹਾਂਜੀ, ਮੁੱਖ ਉਜਲਾ ਹੋ ਜਾਂਦਾ ਹੈ। ਜਾ ਜਪਤ ਸਗਲਾ ਦੁੱਖ ਲਾਥਾ। ਪਰਮਾਤਮਾ ਦਾ ਸਿਮਰਨ ਕਰ ਸਾਰਾ ਦੁੱਖ ਹੀ ਦੂਰ ਹੋ ਜਾਂਦਾ ਹੈ। ਸੋ ਇਹ ਸਿਮਰਨ ਦੀਆਂ ਅੱਗੇ ਅੱਗੇ ਦਿੱਤੀਆਂ ਨੇ ਕਿ ਕੀ ਲਾਭ ਹਨ, ਕਿਉਂਕਿ ਸਮਾਂ ਕਾਫੀ ਹੋ ਗਿਆ। ਬਾਕੀ ਵਿਚਾਰ ਆਪਾਂ ਕੱਲ੍ਹ ਨੂੰ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।